ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਅਸੀਂ ਅੱਜ ਇੱਕ ਖਾਸ ਟੌਪਿਕ ਲੈ ਕੇ ਆਏ ਹਾਂ ਜਿਹਦੀ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਜ਼ਰੂਰਤ ਸ਼ਾਇਦ ਸਾਡੇ ਉਹਨਾਂ ਮੁਲਕਾਂ ਦੇ ਵਿੱਚ ਹੈ ਜਿੱਥੇ ਜ਼ਿਆਦਾ ਅਵੇਅਰਨੈਸ ਨਹੀਂ ਹੈ ਜਾਂ ਉਹਨਾਂ ਮਾਪਿਆਂ ਨੂੰ ਹੈ ਜਿਹੜੇ ਵਿਚਾਰੇ ਜ਼ਿਆਦਾ ਆਪਣੀ ਕਿਸੇ ਕਿਸਮਤ ਕਰਕੇ ਕਹਿ ਸਕਦੇ ਕਿ ਪੜ੍ਹ ਲਿਖ ਨਹੀਂ ਪਾਏ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਗਰੀਬੀ ਇੰਨੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਚੀਜ਼ਾਂ ਡਾਕਟਰੀ ਇਲਾਜ ਦੇ ਨਾਲ ਠੀਕ ਹੋ ਸਕਦੀਆਂ ਨੇ ਤਾਂ ਹਾਲੇ ਵੀ ਅੱਜ ਦੀ ਡੇਟ 'ਚ ਵੀ ਤਾਂਤਰਿਕ ਹੋ ਜਾਂਦੇ। ਸਾਡੇ ਨਾਲ ਨੇ ਇੱਥੇ ਬਹੁਤ ਹੀ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗੀ ਸਾਡੇ ਨਾਲ ਇੱਥੇ ਨੇ ਡਾਕਟਰ ਸਾਹਿਬ ਕਦੀਰ ਮਲਿਕ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਆ ਕੇ ਇੱਕ ਐਸੀ ਅਵੇਅਰਨੈਸ ਕਰੀ ਸੀ ਜਿਹਦੇ ਵਿੱਚ ਸਾਨੂੰ ਬਹੁਤ ਸਾਰੇ ਮੈਸੇजेस ਆਏ ਸੀਗੇ ਕਿ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੂੰ ਇਹਦੀ ਅਵੇਅਰਨੈਸ ਨਹੀਂ ਸੀ ਉਹਨਾਂ ਦੀ ਵੀ ਮਦਦ ਹੋਈ ਹੈ ਸਪੈਸ਼ਲੀ ਆਟਿਜ਼ਮ ਨੂੰ ਲੈ ਕੇ। ਅੱਜ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਜਿਹਦੇ ਵਿੱਚ ADHD ਵੀ ਕਹਿੰਦੇ। ਆਈ ਥਿੰਕ ਡਾਕਟਰ ਸਾਹਿਬ ਮੈਂ ਸਹੀ ਪ੍ਰੋਨਾਂਸ ਕਰਿਆ? ਹਾਂਜੀ ਤੇ ਉਹਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤੇ ਡਾਕਟਰ ਸਾਹਿਬ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ। ਪਿਛਲੀ ਵਾਰੀ ਮੈਂ ਕਿਹਾ ਸੀ ਤੁਸੀਂ ਸਾਡੇ ਲਈ ਟਾਈਮ ਕੱਢਿਆ। ਇਸ ਵਾਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਬਿਜ਼ੀ ਸਕੇਜੂਲ ਦੇ ਵਿੱਚ ਜਦੋਂ ਟਾਈਮ ਕੱਢ ਕੇ ਉਹਨਾਂ ਮਾਪਿਆਂ ਦੀ ਮਦਦ ਕਰ ਰਹੇ ਹੋ ਜਿਨ੍ਹਾਂ ਨੂੰ ਸ਼ਾਇਦ ਅਵੇਅਰਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇੱਕ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਮਹਾਨ ਕੰਮ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਤੇ ਅੱਜ ਅਗਰ ਤੁਸੀਂ ਗੱਲ ਕਰ ਰਹੇ ਹਾਂ ਜੀ ADHD ਇਹ ਨਾਮ ਤੇ ਪਹਿਲਾਂ ਮੇਰੇ ਖਿਆਲ ਨਾਲ ਕਿ ਵੱਡੀਆਂ ਜਿਹੜੀਆਂ ਡਿਵੈਲਪ ਕੰਟਰੀਜ਼ ਨੇ ਉਹਨਾਂ ਲਈ ਵੀ ਇੱਕ ਬੜਾ ਵੱਡਾ ਨਾਮ ਹੈਗਾ ਕਿ ਇਹ ਕੀ ਚੀਜ਼ ਹੈ ਕਿ ਇਹਨੂੰ ਨਾਮ ਸੁਣਦੇ ਲੱਗਦਾ ਕਿ ਕੁਝ ਬੱਚਿਆਂ ਦੇ ਵਿੱਚ ਕੁਝ ਗੜਬੜੀ ਹੈ। ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਥੋੜਾ ਐਕਸਪਲੇਨ ਕਰ ਦਿਓ ਤੇ ਸਾਨੂੰ ਪਤਾ ਚੱਲ ਜਾਏ ਕਿ ਇਹ ਹੈ ਕੀ। ਬੜੀ ਮਿਹਰਬਾਨੀ। ਮੈਂ ਦੁਬਾਰਾ ਸ਼ੁਕਰੀਆ ਅਦਾ ਕਰਨਾ ਆਟਿਜ਼ਮ ਵੀ ਤੁਸੀਂ ਮੌਕਾ ਦਿੱਤਾ। ਵਾਕਈ ਤੁਸੀਂ ਸਹੀ ਆਖਿਆ ਕਾਫੀ ਲੋਕਾਂ ਨੂੰ ਉਹਦਾ ਬੈਨੀਫਿਟ ਹੋਇਆ ਉਹਦੀ ਖੁਸ਼ੀ ਹੁੰਦੀ ਹੈ। ਆਹ ਜਿਹੜਾ ਟੌਪਿਕ ਹੈ ADHD ਜਿਹਨੂੰ ਕਹਿੰਦੇ ਆ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ। ਨਾ ਅੰਗਰੇਜ਼ੀ 'ਚ ਲੰਮਾ ਨਾਂ ਹੈ ਔਖਾ ਲੱਗਦਾ ਤੇ ਅਗਰ ਇਹਨੂੰ ਅਸੀਂ ਪਾਰਟਸ ਵਿੱਚ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸੌਖਾ ਹੋ ਜਾਏਗਾ ਤੇ ਪੰਜਾਬੀ 'ਚ ਇਹਨੂੰ ਮੈਂ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਪਹਿਲੀ ਗੱਲ ਤਾਂ ਹੈਗੀ ਅਟੈਂਸ਼ਨ ਜਿਹਨੂੰ ਪੰਜਾਬੀ 'ਚ ਕਹਿੰਦੇ ਧਿਆਨ। ਡੈਫਿਸਿਟ ਮਤਲਬ ਆ ਗਿਆ ਉਹਦੀ ਕਮੀ। ਹਾਈਪਰ ਐਕਟਿਵ ਮਕਸਦ ਇਹ ਵੇ ਕਿ ਤਿੱਖਾ ਬੇਸਬਰਾ ਹੈ ਜੀ। ਤੇ ਡਿਸਆਰਡਰ ਦਾ ਮਕਸਦ ਇਹ ਵੇ ਕਿ ਇੱਕ ਸ਼ੈ ਆਰਡਰ ਵਿੱਚ ਨਹੀਂ ਗਈ ਇੱਕ ਸ਼ੈ ਨੋਰਮਸ ਵਿੱਚ ਨਹੀਂ ਗਈ ਉਸ ਤੋਂ ਹਟ ਕੇ। ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਇੱਕ ਐਸੀ ਮੈਡੀਕਲ ਕੰਡੀਸ਼ਨ ਹੈ ਬੱਚਿਆਂ 'ਚ ਜਿਹਦੇ ਵਿੱਚ ਬੱਚੇ ਦਾ ਧਿਆਨ ਤੇ ਐਕਟੀਵਿਟੀ ਉਹਦੀ ਹਰਕਤਾਂ ਜਿਹੜੀਆਂ ਨੇ ਉਹ ਨਾਰਮਲ ਤੋਂ ਹਟ ਕੇ ਹੁੰਦੀਆਂ ਨੇ। ਇਸ ਕਰਕੇ ਅਸੀਂ ਇਹਨੂੰ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਕਹਿੰਦੇ ਹਾਂ। ਜਦੋਂ ਤੁਸੀਂ ਕਿਹਾ ਕਿ ਨਾਰਮਲ ਤੋਂ ਹਟ ਕੇ ਹੁੰਦੀਆਂ ਕੀ ਚੀਜ਼ਾਂ ਨੇ ਜਿਹੜੀਆਂ ਹਟ ਕੇ ਹੁੰਦੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਐਜ਼ ਅ ਪੈਰੈਂਟ ਉਹਨੂੰ ਦੇਖ ਸਕਦੇ ਨੇ ਕਿ ਹਾਂ ਇਹਦੇ ਜੋ ਚੀਜ਼ਾਂ ਹਟ ਕੇ ਨੇ ਤੇ ਇਹਨੂੰ ਕੁਝ ਹੈ ਕੁਝ ਡੈਫੀਸ਼ੀਐਂਸੀ। ਹਾਂ ਨਾਰਮਲ ਲਫ਼ਜ਼ ਨਿਕਲੇ ਨੋਰਮਸ ਵਿੱਚੋਂ ਕਿ ਜਿਹੜੀਆਂ ਨਾਰਮਲ ਜਾਂ ਨੋਰਮਸ ਜਿਹੜੇ ਨੇ ਕਿ ਬੱਚਾ ਇਸ ਉਮਰ 'ਚ ਇਹ ਕਰੇਗਾ ਇਸ ਉਮਰ 'ਚ ਇਹ ਕਰੇਗਾ ਨੋਰਮਸ ਨੇ ਨਾ ਉਹ ਅਗਰ ਉਸ ਤੋਂ ਹੀ ਫਾਲ ਕਰਨ ਡਿਆ ਬੱਚਾ ਉਹਨਾਂ ਤੇ ਉਹ ਕਰੀ ਜਾਣ ਡਿਆ ਤਾਂ ਉਹਦਾ ਨਾਰਮਲ ਹੋ ਗਿਆ। ਅਗਰ ਉਹ ਨਹੀਂ ਕਰਦਾ ਤਾਂ ਅਬ ਨਾਰਮਲ ਹੋ ਗਿਆ ਨੋਰਮਸ ਤੋਂ ਬਾਹਰ ਆ ਗਿਆ। ਮਸਲਨ ਇੱਕ ਬੱਚੇ ਨੂੰ ਆਖਿਆ ਜਾਏ ਕਿ ਵੀ ਤੂੰ ਬਹਿ ਜਾ ਆਰਾਮ ਨਾਲ ਬਹਿ ਜਾ। ਇੱਕ ਬੱਚੇ ਨੂੰ ਸਬਕ ਦਿੱਤਾ ਯਾਦ ਕਰਨ ਵਾਸਤੇ ਤੂੰ ਯਾਦ ਕਰਕੇ ਸੁਣਾਵੇਂ ਉਹ ਸੁਣਾ ਦੇ। ਇੱਕ ਬੱਚੇ ਨੂੰ ਆਖਿਆ ਜਾਏ ਕਿ ਤੂੰ ਆਪਣੇ ਟਾਈਮ ਤੇ ਬੋਲਣਾ ਹੈ ਪਹਿਲੇ ਨਹੀਂ ਬੋਲਣਾ ਵਿੱਚ ਨਹੀਂ ਬੋਲਣਾ ਠੀਕ ਹੈ ਉਹ ਟਾਈਮ ਤੇ ਬੋਲੇ। ਇੱਕ ਬੱਚੇ ਨੂੰ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੂੰ ਬਾਹਰ ਜਾਣ ਡਏ ਹੋ ਕਿ ਵੀ ਇਹ ਗੱਲ ਫਲਾਣੀ ਸ਼ਾਇਦ ਚੁੱਕ ਕੇ ਲੈ ਆ ਫਲਾਣੀ ਸ਼ਾਇਦ ਉੱਥੇ ਰੱਖ ਦੇ। ਉਹਨੂੰ 2-3 ਗੱਲਾਂ ਦਸੀਆਂ ਨੇ ਉਹ 2-3 ਗੱਲਾਂ ਟਾਈਮ ਤੇ ਕਰ ਦਿੰਦਾ ਜਾ ਕੇ ਇੰਸਟਰਕਸ਼ਨ ਫਾਲੋ ਕਰਦਾ ਤੇ ਇਹ ਵਿਦਿਨ ਨੋਰਮਸ ਆਇਆ ਨਾ ਤੇ ਇਹਨੂੰ ਅਸੀਂ ਆਖਾਂਗੇ ਨਾਰਮਲ ਹੈ। ਜਦੋਂ ਨਿਆਣਾ ਇਹ ਗੱਲਾਂ ਨਹੀਂ ਕਰ ਸਕਦਾ ਪ੍ਰੋਪਰ ਤਰੀਕੇ ਨਾਲ ਜੋ ਐਕਸਪੈਕਟ ਅਸੀਂ ਉਸ ਤੋਂ ਕਰ ਸਕਦੇ ਹਾਂ ਇਹ ਖਾਸ ਵਕਤ ਵਿੱਚ ਨਹੀਂ ਕਰ ਸਕਦਾ ਤੇ ਕਰਦਾ ਵੀ ਨਹੀਂ ਰਹਿੰਦਾ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਇਹ ਇਸ ਬੱਚੇ ਨੂੰ ਅਸੀਂ ਗੌਰ ਨਾਲ ਵੇਖੀਏ ਕਿਤੇ ਇਹਨੂੰ ADHD ਤੇ ਨਹੀਂ ਹੈ। ਤੁਸੀਂ ਜਦੋਂ ਐਕਸਪਲੇਨ ਕੀਤਾ ਕਿ ਇਹ ਨਾਰਮਲ ਤਰੀਕੇ ਦੇ ਨਾਲ ਨਹੀਂ ਕਰਦਾ ਹੈ ਜਾਂ ਕੁਝ ਡਿਫਰੈਂਟ ਕਰ ਰਿਹਾ ਹੈ ਜਾਂ ਜਿਵੇਂ ਕਦੋਂ ਕਿ ਅੱਖ ਨਹੀਂ ਲੱਗ ਰਿਹਾ ਕੀ ਇਹਦੇ ਵਿੱਚ ਕੁਝ ਇਹਨਾਂ ਦੀਆਂ ਕਿਸਮਾਂ ਵੀ ਹੈਗੀਆਂ ਨੇ ਕੁਝ ਟਾਈਪਸ ਵੀ ਹੈਗੀਆਂ ਨੇ ਉਹਨਾਂ ਦੇ ADHD ਦੇ ਵਿੱਚ? ਬੜਾ ਵਧੀਆ ਕੁਐਸਚਨ ਤੁਸੀਂ ਕੀਤਾ। ADHD ਦੀ ਅਵੇਅਰਨੈਸ ਹੈਗੀ ਹੈ ਲੋਕਾਂ 'ਚ ਜਾਂ ਹੋਣ ਡਈ ਹੈ ਲੇਕਿਨ ਅੰਡਰਸਟੈਂਡਿੰਗ ਨਹੀਂ ਹੈ। ਲੋਕੀ ਅਵੇਅਰ ਹੋ ਗਏ ਨੇ ਅੰਡਰਸਟੈਂਡ ਨਹੀਂ ਕਰ ਸਕੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਨੇਮ ਇਜ਼ ਸੈਲਫ ਐਕਸਪਲੇਨੇਟਰੀ ਨਾਂ ਹੀ ਦੱਸਦਾ ਕਿ ਕੀ ਹੈਗਾ
ਤੇ ਇਹਦੇ ਕੁਝ ਅਲਾਮਤਾਂ ਨੇ। ਸਭ ਤੋਂ ਵੱਡੀ ਅਲਾਮਤ ਜਿਹੜੀ ਜਿਸ ਤੋਂ ਪਹਿਲੇ ਜਿਹੜੇ ਆਮ ਪੈਰੈਂਟਸ ਨੂੰ ਪਤਾ ਲੱਗ ਜਾਂਦੀ ਹੈ ਜਾਂ ਘਰਦਿਆਂ ਨੂੰ ਪਤਾ ਲੱਗ ਜਾਂਦੀ ਹੈ, ਉਹ ਉਹਦੀ ਹੈ ਹਾਈਪਰ ਐਕਟੀਵਿਟੀ। ਉਹਦਾ ਹਰਕਤ, ਬਹੁਤ ਜ਼ਿਆਦਾ ਹਰਕਤ ਉਹਦੀ ਜਿਹੜੀ ਹੈ, ਉਹ ਮੈਂ ਹੁਣ ਦੱਸਾਂਗਾ ਕੀ ਹੁੰਦੀ ਹੈ। ਦੂਜਾ ਹੈਗਾ ਉਹਦਾ ਅਟੈਂਸ਼ਨ, ਧਿਆਨ ਉਹਦਾ। ਤੇ ਤੀਸਰੀ ਉਹਦੀ ਹੈਗੀ ਇੰਪਲਸਿਵਿਟੀ, ਬੇਸਬਰੀ। ਇਹ ਤਿੰਨ ਮੁਖਤਲਿਫ ਗੱਲਾਂ ਨੇ। ਕੁਝ ਬੱਚੇ ਨੇ ਉਹਨਾਂ 'ਚ ਤਿੰਨੋਂ ਹੁੰਦੀਆਂ ਨੇ ਤੇ ਕਾਫੀ ਜ਼ਿਆਦਾ ਹੁੰਦੀਆਂ ਨੇ। ਕਈ ਨੇ ਉਹਨਾਂ 'ਚ ਇੱਕ ਸ਼ੈ ਬਹੁਤ ਦੂਜੀ ਘੱਟ ਹੁੰਦੀ ਹੈ। ਮਤਲਬ ਉਹਨਾਂ 'ਚ ਧਿਆਨ ਜਿਹੜਾ ਹੈ ਉਹ ਬਿਲਕੁਲ ਨਹੀਂ ਗਾ ਦੇ ਸਕਦੇ, ਲੇਕਿਨ ਇੰਨੇ ਤਿੱਖੇ ਨਹੀਂ ਗੇ। ਕਈ ਜਿਹੜੇ ਨੇ ਤਿੱਖੇ ਨੇ, ਪਿੰਡ ਬੇਸਬਰੇ ਨਹੀਂ ਗੇ, ਠੀਕ। ਤੇ ਲੇਕਿਨ ਮੈਜੋਰਿਟੀ ਜਿਹੜੀ ਲੋਕਾਂ ਨੂੰ, ਜਿਹੜੀ ਸਾਡੇ ਅਸੀਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੇ ਹਾਂ, ਉਹ ਕੰਬਾਈਨਡ ਹੈ। ਇਹ ਸਾਰਾ ਕੁਛ ਹੀ ਹੁੰਦਾ ਉਹਨਾਂ 'ਚ, ਕਿਸੇ 'ਚ ਥੋੜਾ, ਕਿਸੇ 'ਚ ਬਹੁਤਾ। ਤੇ ਅਸੀਂ ਉਹ ਡਿਟੇਲਸ ਤੇ ਨਹੀਂ ਜਾ ਸਕਦੇ ਕਿਉਂਕਿ ਸਾਡਾ ਮਕਸਦ ਇਹ ਵੇ ਕਿ ਅਸੀਂ ਅਵੇਅਰ ਤੇ ਅੰਡਰਸਟੈਂਡ ਕਰੀਏ। ਤੇ ਮੈਂ ਹੁਣ ਪਹਿਲੀ ਗੱਲ ਦੱਸਾਂਗਾ, ਮਸਲਨ ਉਹ ਹਾਈਪਰ ਐਕਟਿਵ ਹੈ। ਹਾਈਪਰ ਐਕਟਿਵ ਹੈ ਕਿ ਉਹਦੀ ਐਕਟੀਵਿਟੀ ਬਹੁਤ ਹੀ ਹੈ। ਆਰਾਮ ਨਾਲ ਬੈਠੇਗਾ ਨਹੀਂ, ਸੋਫੇ ਤੇ ਚੜ ਗਿਆ, ਛਾਲਾਂ ਮਾਰਨ ਲੱਗ ਪਿਆ। ਹਾਂਜੀ, ਮਰੀਜ਼ ਸਾਡੇ ਕੋਲ ਕਮਰੇ 'ਚ ਆਉਂਦਾ ਹੈ ਤਾਂ ਉਹਨੇ ਕੀ ਕਰਨਾ ਹੁੰਦਾ ਹੈ ਕਿ ਉਹਨੇ ਉੱਠਦਿਆਂ ਸਾਰ ਹੀ ਉਹ ਕਾਊਚ 'ਤੇ ਚੜ ਗਿਆ, ਐਗਜ਼ਾਮੀਨੇਸ਼ਨ ਕਾਊਚ 'ਤੇ ਚੜ ਕੇ ਛਾਲ ਮਾਰਨ ਲੱਗ ਪਿਆ। ਉਹ ਬਈ ਤੂੰ ਰੁਕ ਜਾ, ਆਰਾਮ ਨਾਲ। ਨਹੀਂ, ਡਾਕਟਰ ਬੈਠਾ ਹੈ, ਉਹਨੇ ਸਾਡਾ ਡਾਕਟਰ ਨੂੰ ਫੜ ਲਿਆ। ਡਾਕਟਰ ਦੀ ਟਾਈ ਚੰਗੀ ਉਹ ਲੱਗੀ ਉਹਨੂੰ, ਉਹਨੇ ਇਹ ਡਾਕਟਰ ਨੂੰ ਪੁੱਛਣਾ ਹੀ ਨਹੀਂ, ਉਹ ਸਿੱਧੀ ਡਾਕਟਰ ਦੀ ਗਲੇ ਪਾੜਨਾ ਜਾ ਕੇ ਟਾਈ। ਤੇ ਮਾਂ ਪਿਓ ਆਖਣ ਕਿ ਅਮਨ ਕਰ ਜਾਏ, ਅਮਨ ਨਹੀਂ ਕਰ। ਇਹਨੂੰ ਕਹਿੰਦੇ ਨੇ ਹਾਈਪਰ ਐਕਟਿਵ। ਵੀ ਚਲੋ ਅਗਰ ਬਹਿ ਹੀ ਗਿਆ ਕਿਤੇ ਤੇ ਉਹ ਲੱਤਾਂ ਚਲਾਉਣ ਲੱਗ ਪਏਗਾ। ਅਜੀਬ ਗੱਲ ਨਹੀਂ ਲੱਗਦੀ? ਤੇ ਰੈਸਟੋਰੈਂਟ 'ਤੇ ਜਾਣਾ ਹੈ ਤੇ ਉੱਥੇ ਜਾ ਕੇ ਬਾਕੀ ਲੋਕ ਖਾਣ ਡੇ ਨੇ, ਇਹ ਉੱਥੇ ਭੱਜੀ ਫਿਰਦਾ। ਅੱਜ ਇੱਥੇ ਹੁਣ ਇਹਦੇ ਕੋਲ ਪਹੁੰਚੇ, ਉਹਦੇ ਕੋਲ ਪਹੁੰਚੇ, ਬਗੈਰ ਕਿਸੇ ਵਜ੍ਹਾ ਤੋਂ, ਨਾ ਜਾਣ ਦੀ ਜ਼ਰੂਰਤ ਹੈ। ਤੇ 에ਅਰਪੋਰਟ ਤੇ ਵੀ ਲੈਂਡ ਬਣਾ ਕੇ ਲੋਕ ਇੰਤਜ਼ਾਰ ਕਰਨ ਡੇ ਨੇ, ਤੇ ਇਹਨੂੰ ਇੱਕ ਬੰਦਾ ਇਹਨੂੰ ਫੜਨ 'ਚ ਲੱਗਾ। ਇਹ ਹੋ ਗਿਆ ਹਾਈਪਰ ਐਕਟਿਵ, ਉਹਦੀ ਐਕਟੀਵਿਟੀ ਬਹੁਤ ਹੈ। ਦੂਜੀ ਜਿਹੜੀ ਗੱਲ ਹੈ ਇੰਪੋਰਟੈਂਟ, ਉਹ ਹੈਗੀ ਹੈ ਉਹਦੀ ਇਨਅਟੈਂਸ਼ਨ, ਜਿਹਨੂੰ ਅਸੀਂ ਕਹਿੰਦੇ ਧਿਆਨ, ਤਵੱਜੋ ਨਹੀਂ ਦਿੰਦਾ। ਮਾਂ ਅਕਸਰ ਕਹੇਗੀ, ਪਿਓ ਆਖੇਗਾ ਆ ਕੇ ਕਿ ਵੀ ਇਹਨੂੰ ਇੱਕ ਗੱਲ 20 ਦਫਾ ਦੱਸੀ ਦੀ ਹੈ ਕਿ ਵੀ ਇਹ ਗੱਲ ਇੰਝ ਸੀ, ਉਹ ਵੇਖੋ, ਤੇ ਫਿਰ ਉਹ ਦੂਜੇ ਪਾਸੇ ਵੇਖਣ ਡਿਆ ਹੁੰਦਾ। ਮਾਸਟਰ ਕਹਿੰਦਾ ਹੈ ਸਕੂਲੋਂ ਕਿ ਜੀ ਬੱਚੇ, ਤੁਹਾਡਾ ਜਿਹੜਾ ਹੈਗਾ ਇਹਦਾ ਤੇ ਮਕਸਦ ਇਹ ਵੇ ਕਿ ਨਾ ਖੁਦ ਪੜ੍ਹਨਾ ਹੈ, ਨਾ ਕਿਸੇ ਨੂੰ ਪੜ੍ਹਨ ਦੇਣਾ ਹੈ। ਫੌਰੀ ਤੌਰ ਤੇ ਇਹਦੀ ਡਿਸਟਰੈਕਟ ਆ ਜਾਂਦਾ ਹੈ। ਮਤਲਬ ਕੁਝ ਜਹਾਜ਼ ਲੰਘਿਆ ਉਤੋਂ ਤੇ ਬਾਕੀ ਬੱਚੇ ਪੜ੍ਹਦੇ ਪਏ ਨੇ, ਜਹਾਜ਼ ਵੇਖਣ ਲੱਗ ਪਏਗਾ। ਕੋਈ ਬਾਹਰ ਕੋਈ ਪਰਿੰਦਾ ਬੋਲਿਆ ਹੈ ਤਾਂ ਪਰਿੰਦੇ ਵਾਲੇ ਪਾਸੇ ਉਹਨੇ ਧਿਆਨ ਦੇ ਦਿੱਤਾ ਹੈ। ਬਾਹਰ ਕੋਈ ਮੋਟਰ ਲੰਘੀ ਹੈ ਤਾਂ ਮੋਟਰ ਵਾਲੇ ਪਾਸੇ। ਤੇ ਇਹਦੀ ਜਿਹੜੀ ਅਟੈਂਸ਼ਨ ਹੈ, ਜਿਹੜੀ ਸ਼ਾਇਦ ਹੋਣੀ ਚਾਹੀਦੀ ਹੈ ਇੱਕ ਸਬਜੈਕਟ ਤੇ ਮੈਂ ਸਮਝਾਉਣ ਡਿਆ, ਪੜ੍ਹਾਉਣ ਡਿਆ, ਉਹ ਤਾਂ ਰਹਿੰਦੀ ਕੋਈ ਦੂਜੇ ਪਾਸੋਂ। ਬਿਲਕੁਲ ਮੈਨੂੰ ਕਹਿੰਦੇ ਲੋਕੀ ਆ ਕੇ ਕਿ ਮਤਲਬ ਲੋਕੀ ਸਾਡੇ ਬੱਚੇ ਦੇ ਕਹਿੰਦੇ ਨੇ ਕਿ ਇਹਦੇ 'ਚ ਅੰਦਰ ਜਾਪਾਨੀ ਬੈਟਰੀ ਫਿੱਟ ਹੈ। ਵੀ ਅਮਨ ਇਹ ਕਰਦਾ ਕੋਈ ਨਹੀਂ, ਸੁਣਦਾ ਹੈ ਕਿਸੇ ਦੀ ਨਹੀਂ, ਆਪਣੀ ਗੱਲ ਇਹ ਕਰਦਾ। ਤੇ ਦੂਜਾ ਇੱਕ ਟਾਕਟਿਵ, ਤੇ ਬੋਲਦੇ ਬਹੁਤ ਨੇ, ਚੁੱਪ ਹੀ ਨਹੀਂ ਕਰਦੇ। ਤੀਸਰੀ ਗੱਲ ਜਿਹੜੀ ਹੈਗੀ ਇੰਪਲਸਿਵਿਟੀ। ਇੰਪਲਸਿਵਿਟੀ ਇਹਨੂੰ ਅੰਗਰੇਜ਼ੀ 'ਚ ਕਹਾਂਗੇ, ਜਿਹੜੇ ਅਸੀਂ ਕਹਿੰਦੇ ਇੰਪਲਸ ਹੁੰਦਾ ਉਹਨਾਂ ਨੂੰ ਕਿ ਛੇਤੀ ਕਰਨੀ। ਮਤਲਬ ਮੈਂ ਤੁਸੀਂ ਮੇਰੀ ਗੱਲ ਸੁਣਦੇ ਪਏ ਹੋ ਨਾ, ਅਟੈਂਸ਼ਨ ਵੀ ਤੁਹਾਡੀ ਹੈਗੀ ਹੈ, ਕੰਸਨਟ੍ਰੇਸ਼ਨ ਵੀ ਦੇਣ ਡਏ ਹੋ, ਤੇ ਤੁਸੀਂ ਹਾਈਪਰ ਐਕਟਿਵ ਵੀ ਨਹੀਂ ਗੇ। ਮਕਸਦ ਹੈ ਕਿ ਮੇਰੀ ਗੱਲ ਜਾਣ ਡਈ ਹੈ, ਤੁਸੀਂ ਸੁਣਦੇ ਹੋ, ਅਸੀਂ ਕਨਵਰਸੇਸ਼ਨ ਕਰਨ ਡਏ ਹਾਂ। ਜਿਹੜੇ ਬੱਚਿਆਂ ਨੂੰ ਇੰਪਲਸਿਵਿਟੀ ਆਉਂਦੀ ਹੈ ਨਾ, ਉਹ ਮਾਸਟਰ ਇਹ ਕਹਿੰਦਾ ਕਿ ਮੈਨੂੰ ਸਵਾਲ ਪੁੱਛਿਆ ਸੀ ਮੈਂ ਏ ਨੂੰ, ਇਹਦਾ ਤੇ ਟਰਨ ਆਉਣਾ ਸੀਗਾ 6ਵੇਂ ਨੰਬਰ ਤੇ ਜਾ ਕੇ, ਇਹ ਵਿੱਚ ਆਪਣੇ ਆਪ ਹੀ ਆ ਗਿਆ। ਇਹਨੂੰ ਆਖਿਆ ਜੇ ਤੂੰ ਸਾਰੇ ਲੈਣ ਲੱਗੇ ਨੇ, ਉਹਨਾਂ ਨੂੰ ਸ਼ਾਇਦ ਦੇਣ ਡਏ ਆ, ਇਹ ਲੈਣ ਛੱਡ ਕੇ ਆਪੇ ਜਾਏਗਾ ਨਹੀਂ, ਪਹਿਲੇ ਮੈਨੂੰ ਦਿਓ। ਇਹ ਜਿਹੜੀ ਗੱਲਾਂ ਨੇ ਇਹਨੂੰ ਕਹਿੰਦੇ ਨੇ ਇੰਪਲਸਿਵਿਟੀ। ਹੁਣ ਇਹ ਗੱਲਾਂ ਸਕੂਲ 'ਚ ਵੀ ਹੋਣ ਤੇ ਘਰ 'ਚ ਵੀ ਹੋਣ ਤੇ 6 ਮਹੀਨੇ ਇਕੱਠੀਆਂ ਹੋਣ, ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸ ਬੱਚੇ ਨੂੰ ADHD ਹੋ ਸਕਦਾ। ਮਤਲਬ ਇਹਦੇ 'ਚ ਨੰਬਰ ਵੀ ਆ ਗਿਆ, ਫਿਰ ਇਹਦੇ 'ਚ ਇਹ ਵੀ ਆ ਗਿਆ ਕਿ ਬੱਚਾ ਜਿਹੜਾ ਹੈ 6 ਮਹੀਨੇ ਤੱਕ, ਇਹ ਨਹੀਂ ਕਿ 2 ਦਿਨ ਕਰਦਾ ਪਿਆ, ਹਫ਼ਤਾ ਕੀਤਾ, 2 ਹਫ਼ਤੇ ਕੀਤਾ, ਤੁਸੀਂ ਇਹਨੂੰ ADHD ਲੈਵਲ ਲਾ ਦਿਆਂਗੇ। ਇਸ ਤਰ੍ਹਾਂ ਨਹੀਂ ਗਾ। ਉਹ ਜਿਹੜੇ ਲੋਕੀ ਇਹਨੂੰ ਤਸ਼ਖੀਸ ਕਰਦੇ ਨੇ, ਡਾਕਟਰ ਨੂੰ ਵੇਖਦਾ ਹੈ ਜਾਂ ਪੀਡੀਆਟ੍ਰੀਸ਼ੀਅਨ ਵੇਖਦਾ ਹੈ ਜਾਂ ਕਲੀਨਿਕਲ ਸਾਈਕੋਲੋਜਿਸਟ ਵੇਖਦਾ ਹੈ, ਜਿਹਨੂੰ ਇਹਨਾਂ ਐਕਸਪਰਟਿਜ਼ ਦਾ ਪਤਾ ਹੈ, ਉਹ ਸਕੂਲ ਦੀ ਰਿਪੋਰਟ, ਘਰ ਦੀ ਰਿਪੋਰਟ ਤੇ ਬਾਕੀ ਲੋਕਾਂ ਦੀ ਰਿਪੋਰਟ ਜਿਹੜੀ ਹੈ, ਉਹ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਕੁਐਸਚਨੇਅਰ ਬਣਾਉਂਦਾ ਹੈ। ਉਸ ਤੋਂ ਬਾਅਦ ਫਿਰ ਵੇਖਦਾ ਹੈ ਕਿ ਬੱਚਾ ਇਹ ਅਟੈਂਸ਼ਨ ਬਹੁਤ ਜ਼ਿਆਦਾ ਖਰਾਬ ਹੈ, ਇਹਦੀ ਹਾਈਪਰ ਐਕਟੀਵਿਟੀ ਬਹੁਤ ਹੀ ਖਰਾਬ ਹੈ, ਇਹ ਬਹੁਤ ਇੰਪਲਸਿਵ ਹੈ। ਇਹ ਤਿੰਨੋਂ ਚੀਜ਼ਾਂ ਇਕੱਠੀਆਂ ਨੇ, ਇੱਕ ਬਹੁਤ ਹੈ, ਇੱਕ ਘੱਟ। ਉਸ ਤੋਂ ਬਾਅਦ ਫਿਰ ਡਾਇਗਨੋਸਟਿਕ ਲੇਬਲ ਦਿੱਤਾ ਜਾਂਦਾ ਹੈ, ਜਿਹਨੂੰ ਅਸੀਂ ADHD ਕਹਿੰਦੇ ਹਾਂ।
ਤੁਸੀਂ ਡਾਕਟਰ ਸਾਹਿਬ ਬੜਾ ਅੱਛਾ ਐਕਸਪਲੇਨ ਕੀਤਾ ਹੈ, ਲੇਕਿਨ ਮੇਰੇ ਦਿਮਾਗ 'ਚ ਇੱਕ ਸਵਾਲ ਆਉਂਦਾ ਪਿਆ ਵੀ ਤੁਸੀਂ ਇੱਕ ਐਗਜ਼ਾਮਪਲ ਦਿੰਦੇ ਹੋ, ਫॉर ਐਗਜ਼ਾਮਪਲ ਕਿ 에어ਪੋਰਟ ਨਹੀਂ ਜਾ ਰਿਹਾ, ਰੈਸਟੋਰੈਂਟ ਨਹੀਂ ਜਾ ਰਿਹਾ। ਜ਼ਿਆਦਾਤਰ ਦੇਖਿਆ ਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੁੰਦੇ ਨਾ, ਉਹਨਾਂ ਨੂੰ ਮਾਂ-ਪਿਓ ਲੈ ਕੇ ਨਹੀਂ ਜਾਂਦੇ ਬਾਹਰ, ਕਿ ਉਹਨਾਂ ਨੂੰ ਲੱਗਦਾ ਕਿ ਇਹਨੇ ਆਖੇ ਨਹੀਂ ਲੱਗਣਾ, ਇਹਨੂੰ ਇੱਥੇ ਰੱਖੋ। ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ ਜਿਹੜਾ ਹੈਗਾ, ਜਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਜਦੋਂ ਪਿੱਛੇ ਯਾਦ ਆ ਰਿਹਾ ਕਿ ਕਿਸ ਤਰ੍ਹਾਂ ਦੇ ਬੱਚੇ ਅਸੀਂ ਦੇਖ ਕੇ ਆਏ ਆਪਣੀ ਲਾਈਫ ਦੇ ਵਿੱਚ, ਇੰਡੀਆ ਦੇ ਵਿੱਚ ਵੀ ਆਪਣੇ ਦੇਖ ਕੇ ਆਏ, ਕੀ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਡਿਵੈਲਪਮੈਂਟ ਦੇ ਪਿੱਛੇ ਜਾਂ ਤੇ ਫਿਰ ਜਿਵੇਂ ਕਹਿ ਲਓ ਕਿ ਜਿਹੜੇ ਅਨਡਿਵੈਲਪਡ ਕੰਟਰੀਜ਼ ਨੇ ਜਾਂ ਅੰਡਰਡਿਵੈਲਪਡ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਜ਼ਿਆਦਾ ਐਸ ਕੰਪੇਅਰ ਟੂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ? ਨਹੀਂ, ਰੌਲਾ ਤਾਂ ਹਰ ਪਾਸੇ ਹੀ ਹੈ, ਪਰ ਗੱਲ ਇੰਜ ਹੈ ਕਿ ਜਿਹੜੇ ਮਾੜੇ ਲੋਕੀ ਨੇ, ਠੀਕ, ਉਹ ਇੱਥੇ ਹੋਣ ਜਾਂ ਡਿਵੈਲਪਿੰਗ ਕੰਟਰੀਜ਼ 'ਚ ਹੋਣ, ਲੋ ਸੋਸ਼ੋ ਇਕਨੋਮਿਕ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਜਿਨ੍ਹਾਂ ਦੀ ਇਨਕਮ ਘੱਟ ਹੈ ਜਾਂ ਘਰ ਦੇ ਹੋਰ ਕਈ ਮਸਲੇ ਨੇ, ਉਹਨਾਂ 'ਚ ਬਹੁਤ ਹੈ। ਮੁੰਡਿਆਂ 'ਚ ਬਹੁਤ ਹੈ, ਮੁੰਡਿਆਂ 'ਚ ਬਹੁਤ ਹੈ, ਮਤਲਬ ਹੈ ਕਿ ਬੱਚੇ ਨੇ ਤੇ ਉਹ 4 ਮੁੰਡੇ ਹੋਣਗੇ ਤੇ ਕੁੜੀ ਹੋਏਗੀ, ਇਸ ਤਰ੍ਹਾਂ। ਦੂਜਾ ਹੈ ਕਿ ਜਿਹੜੇ ਗਰੀਬ ਲੋਕੀ ਨੇ, ਉਹਨਾਂ 'ਚ ਬਹੁਤ ਹੈ ਜਿਨ੍ਹਾਂ ਦੀ ਰਿਸੋਰਸਿਸ ਘੱਟ ਨੇ। ਡਿਵੈਲਪਿੰਗ ਕੰਟਰੀ 'ਚ ਆਉਂਦਾ ਵੀ ਹੈ, ਉਹ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਮੈਂ ਕਿ ਉਹ ਡਿਵੈਲਪਿੰਗ ਕੰਟਰੀ ਵਿੱਚ ਤੇ ਇਹਦਾ ਹੋਰ ਵੀ ਕਈ ਰੋਲ ਨੇ ਅਨਫੋਰਚੂਨੇਟਲੀ। ਲੇਕਿਨ ਕਈਆਂ ਨੂੰ ਪਤਾ ਵੀ ਹੁੰਦਾ ਹੈ ਤੇ ਇਹਦੀ ਇਸ ਪਾਸੇ ਆਉਂਦੇ ਨਹੀਂਗੇ ਕਿ ਇਹਦੀ ਡਾਇਗਨੋਸਿਸ ਹੋਵੇ। ਉਹ ਗੱਲ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਨਾ ਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ, ਵੀ ਲੋਕੀ ਕੀ ਆਖਣਗੇ ਕਿ ਤੁਹਾਡੇ ਨਿਆਣੇ ਨੂੰ ਆਹ ਹੋ ਗਿਆ, ਇਹ ਤੇ ਆਹ ਹੁੰਦਾ, ਇਹ ਤੇ ਆਹ ਹੁੰਦਾ। ਤੇ ਉਹ ਡਾਇਗਨੋਸਿਸ ਜਿਹੜੀ ਹੈ ਨਾ, ਤੁਹਾਡੀ ਗੱਲ ਦਰੁਸਤ ਹੈ ਕਿ ਉਹ ਪੈਰੈਂਟਸ ਇੱਕ ਤੇ ਲੁਕਾ ਕੇ ਰੱਖਦੇ ਨੇ, ਦੱਸਦੇ ਨਹੀਂ, ਨਿਆਣੇ ਨੂੰ ਬੰਦ ਕਰ ਦੇਣਗੇ ਜਾਂ ਉਹਦੇ ਬਾਰੇ ਕਰ ਦੇਣਗੇ ਕਿ ਵੀ ਇਹਨੂੰ ਤੇ ਇਸ ਤਰ੍ਹਾਂ ਟੱਪਣਾ ਹੈ। ਲੇਕਿਨ ਇਹ ਜਿਹੜੀ ਕਨਵਰਸੇਸ਼ਨ ਅਸੀਂ ਕਰਨ ਰਹੇ ਹਾਂ, ਜੋ ਵੀ ਐਕਟੀਵਿਟੀ ਚੈਨਲ ਕਰਦਾ ਪਿਆ, ਉਹ ਬੁਨਿਆਦੀ ਮਕਸਦ ਇਹ ਵੇ ਕਿ ਉਹ ਸਾਦਗੀ ਵਿੱਚ ਕੋਈ ਨਾ ਮਾਰਿਆ ਜਾਏ। ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਲੱਗ ਜਾਏ, ਜਿਨ੍ਹਾਂ ਨੂੰ ਹਿੰਮਤ ਨਹੀਂ ਗੀ ਉਹ ਡਾਕਟਰ ਕੋਲ ਲੈ ਕੇ ਆਉਣ, ਉਹ ਵੇਖਣ, ਉਹ ਨਿਆਣੇ ਦਾ ਅੰਡਰਸਟੈਂਡਿੰਗ ਡਿਵੈਲਪ ਹੋਏ ਉਹਦੇ ਬਾਰੇ 'ਚ ਕਿ ਵੀ ਉਹਨੂੰ ਰੌਲਾ ਕੀ ਹੈ। ਤੇ ਉਹਨਾਂ ਦੇ ਜਿੰਨਾ ਤੁਸੀਂ ਗੱਲ ਕਹੀ ਹੈ ਕਿ ਅੰਡਰਸਟੈਂਡਿੰਗ ਹੋਵੇ, ਲੇਕਿਨ ਇਹਦੇ ਕਾਰਨ ਕੀ ਨੇ? ਕਿਵੇਂ ਪਤਾ ਚੱਲੇਗਾ ਕਿ ਕੀ ਕਿਉਂ ਇਹ ਹੋ ਰਿਹਾ ਹੈ ਤੇ ਕੀ ਕਾਰਨ ਫੈਮਿਲੀ ਦੇ ਵਿੱਚ ਹੈਗਾ ਜਿਸ ਕਰਕੇ ਹੋ ਰਿਹਾ? ਕੀ ਹੋ ਸਕਦਾ ਹੈ? ਹੁਣ ਇਹਦਾ ਜਿਹੜਾ ਜਵਾਬ ਹੈ ਨਾ, ਕੋਈ ਦਾ ਸਿੱਧਾ ਹੈ ਨਹੀਂ। मतलब मैं हमेशा कहना कि वक्त करता है परवरिश बरसों, हादसे यूं ही हुआ नहीं करते। कई चीज़ां इकट्ठियां हो के इत्थे पहुंचदियां, ठीक है ना। ਇਹਦੇ 'ਚ मतलब जेनेटिक कंपोनेंट भी है। घर 'ਚ अक्सर ਮੈਨੂੰ ਕਹਿੰਦੇ ਨੇ ਕਿ ਇਹਦਾ ਚਾਚਾ ਵੀ ਇੰਜ ਸੀ, ਅੱਗੇ ਜਾ ਕੇ ਠੀਕ ਹੋ ਜਾਏਗਾ, ਹੈ ਜੀ। ਇਹਦਾ ਤਾਂ ਫਲਾਣਾ ਮਾਮਾ ਵੀ ਇੰਜ ਸੀ, ਅੱਗੇ ਜਾ ਕੇ ਇਹਨੇ ਠੀਕ ਹੋ, ਇਹ ਵੀ ਠੀਕ ਹੋ ਗਿਆ ਸੀ, ਵੀ ਠੀਕ ਹੋ ਜਾਏਗਾ। ਤੇ ਫੈਮਿਲੀਜ਼ ਵਿੱਚ ਵੀ ਰਨ ਕਰਦਾ ਹੈ। ਇੱਕ ਸ਼ਾਇਦ ਮਿਸ ਹੋ ਜਾਏ ਤੇ ਫਿਰ ਲੋਕੀ ਸਮਝਦੇ ਨੇ ਕਿ ਸਾਡੇ ਤੇ ਇੰਜ ਹੈਗਾ ਹੈ, ਬੱਚੇ ਜੀ ਹੁੰਦੇ ਨੇ ਬਾਅਦ ਵਿੱਚ ਠੀਕ ਹੋ ਜਾਂਦੇ, ਕਿਉਂਕਿ ਕੁਝ ਬੱਚੇ ਇਸ ਗਰੋ ਆਊਟ ਵੀ ਕਰ ਜਾਂਦੇ ਨੇ, ਬਾਹਰ ਠੀਕ ਵੀ ਹੋ ਜਾਂਦੇ, ਤਾਂ ਇੰਪ੍ਰੈਸ਼ਨ ਉਹਨਾਂ ਦਾ ਹੋਰ ਕਨਫਰਮ ਹੋ ਜਾਂਦਾ। ਲੇਕਿਨ ਜਿਹੜਾ ਮੇਨ ਗੱਲ ਹੈ ਨਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਚਾਈਲਡ ਇਨ ਐਕਸਟੈਂਸ਼ਨ ਆਫ ਦ ਫੈਮਿਲੀ, ਬੱਚਾ ਜਿਹੜਾ ਹੈ ਉਹ ਫੈਮਿਲੀ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹ ਸੋਸਾਇਟੀ ਨੂੰ ਵੀ ਰਿਪਰੈਜ਼ੈਂਟ ਕਰਦਾ ਹੈ, ਠੀਕ ਹੈ। ਹੁਣ ਅਗਰ ਸ਼ਰਾਬ ਹੈ, ਮਾਂ ਨੇ ਸ਼ਰਾਬ ਪੀਂਦੀ ਹੈ ਜਾਂ ਕੋਕੇਨ ਹੈ, ਸਿਗਰਟ ਹੈ ਜਾਂ ਹੋਰ ਕੋਈ ਮੈਂਟਲ ਹੈਲਥ ਕੰਡੀਸ਼ਨਸ ਨੇ ਮਾਂ ਦੀਆਂ, ਤੇ ਇਹ ਤੇ ਨਹੀਂ ਨਾ ਹੋ ਸਕਦਾ ਕਿ ਉਹਨੇ 9 ਮਹੀਨੇ ਉਸ ਜਿਸਮ 'ਚ ਰਹਿਣਾ ਹੈ ਤੇ ਉਹਦੇ 'ਚ ਕੋਈ ਖਰਾਬੀ ਨਾ ਆਏ। ਇਸ ਤਰ੍ਹਾਂ ਤਾਂ ਨਹੀਂ ਨਾ ਹੋ ਸਕਦਾ। ਬਈ ਮਾਂ ਜਿਹੜੀ ਹੈ 9 ਮਹੀਨੇ ਬਹੁਤਾ ਜਾਣਦੀ ਪਿਓ ਨਾਲੋਂ ਆਪਣੀ ਔਲਾਦ ਨੂੰ, ਤੇ ਉਹ ਜਿਸ ਤਰ੍ਹਾਂ ਦੇ ਜਿਹੜੇ ਹਾਲਾਤ 'ਚ ਲੰਘੇਗੀ ਉਹਦੇ ਇੰਪੈਕਟ ਤੇ ਆਏਗਾ ਨਾ। ਲੇਕਿਨ ਮਾਂ ਨੂੰ ਮੈਂ ਨਹੀਂ ਕਹਿੰਦਾ ਕਿ ਬਲੇਮ ਲੈਣਾ ਚਾਹੀਦਾ ਇਸ ਗੱਲ ਦਾ, ਪਰ ਇਹ ਇੱਕ ਫੈਕਟਰ ਹੈ ਕਿ ਜਿਹੜੀ ਮੈਟਰਨਲ ਹੈਲਥ ਦੀ, ਮਾਂ ਦੀ ਮੈਂਟਲ ਹੈਲਥ ਹੈ, ਅਸੀਂ ਉਹਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ, ਠੀਕ। ਉਸ ਤੋਂ ਇਲਾਵਾ ਫੈਮਿਲੀ ਹਿਸਟਰੀ ਦੱਸਿਆ ਤੁਹਾਨੂੰ। ਫਿਰ ਆਉਂਦਾ ਹੈ ਕਿ ਜੀ ਚਲੋ ਮਾਂ ਦਾ ਇਸ਼ੂ ਕੋਈ ਨਹੀਂ ਰਿਹਾ, ਫੈਮਿਲੀ 'ਚ ਵੀ ਕੋਈ ਨਹੀਂ ਸੀਗਾ। ਫਿਰ ਉਹ ਕੋਈ ਚੀਜ਼ਾਂ ਐਸੀਆਂ ਆਉਂਦੀਆਂ ਨੇ ਜੈਨੇਟਿਕ ਲਿੰਕ ਤੋਂ ਇਲਾਵਾ ਜਿਹੜੀਆਂ ਇਹਨਾਂ ਮਿਲਦੀਆਂ ਨੇ ਆ ਕੇ, ਉਹ ਹੈਗਾ ਇੱਕ ਫੈਮਿਲੀ ਗਰੋ ਕਿੰਜ ਹੋਇਆ ਹੈ ਬੱਚਾ, ਮਤਲਬ ਉਹਨੂੰ ਕਿਹੜੇ ਲੋਕਾਂ 'ਚ ਉਹਦਾ ਰਿਹਾ ਹੈ, ਉੱਠਣਾ ਬਹਿਣਾ ਰਿਹਾ ਹੈ, ਕਿੱਥੋਂ ਉਹਨੇ ਕਿਹੜੀ ਸ਼ੈ ਵੇਖੀ ਹੈ, ਉਹ ਫਿਰ ਉਹਦੇ ਨਾਲ ਉਹਨੂੰ ਮਿਸਾਲ ਤੌਰ ਤੇ ਉਹ ਬਹੁਤ ਇਹਦੇ 'ਚ ਫਿਊਲ ਮਿਲਦਾ ਲੋਕਾਂ ਦੀ ਉਸ ਇੰਟਰੈਕਸ਼ਨ ਦੇ ਨਾਲ। ਮੈਂ ਤੁਹਾਨੂੰ ਇਹ ਸਵਾਲ ਕੀਤਾ ਸੀਗਾ ਕਿ ਅੰਡਰਡਿਵੈਲਪਡ ਕੰਟਰੀਜ਼ ਜਾਂ ਡਿਵੈਲਪਡ ਕੰਟਰੀ, ਮੇਨ ਕਾਰਨ ਇਹ ਸੀਗਾ ਕਿ ਜਦੋਂ ਹੁਣ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕਰ ਰਹੇ ਹੋ ਕਿ ਫੈਮਿਲੀ ਦੀ ਪਰਵਰਿਸ਼ ਕਿਸ ਤਰ੍ਹਾਂ ਦੀ ਹੈ, ਫੈਮਿਲੀ ਦਾ ਪਿਛੋਕੜ ਕਿਸ ਤਰ੍ਹਾਂ ਦਾ, ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਜਦੋਂ ਇਹ ਫੈਕਟਰ ਅੱਗੇ ਆ ਰਹੇ ਨੇ ਤੇ ਤੁਹਾਨੂੰ ਲੱਗਦਾ ਕਿ ਕਿਸੇ ਤਰੀਕੇ ਦਾ ਮਤਲਬ ਅਸੀਂ ਰੇਸ਼ੋ ਦੇਖੀਏ ਤੇ ਜਿਹੜੀਆਂ ਅੰਡਰਡਿਵੈਲਪਡ ਕੰਟਰੀਜ਼ ਨੇ ਜਾਂ ਫਿਰ ਜਿਹੜੇ ਮੈਂ
अगर सही तरीके से मैं अपने दर्शकों ਨੂੰ ਮਾਫੀ ਚਾਹਾਂਗੀ ਕਿ ਅਗਰ ਉਹਨਾਂ ਨੂੰ ਗਲਤ ਲੱਗ ਰਿਹਾ, ਲੇਕਿਨ ਮੈਂ ਵਰਡਸ ਬੋਲਣਾ ਚਾਹਾਂਗੀ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਇੰਨੀਆਂ ਸਹੂਲਤਾਂ ਨਹੀਂ ਨੇ ਕਿ ਉਹ ਬੱਚਿਆਂ ਨੂੰ ਪੜ੍ਹਾ ਸਕਣ, ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਫੈਮਿਲੀ ਦੇ ਵਿੱਚ ਇਹ ਫੈਕਟਰ ਜ਼ਿਆਦਾ ਹੈਗਾ? ਬਿਲਕੁਲ ਹੈ। ਮਤਲਬ ਜਿਹੜੇ ਲੈਸ ਫਾਰਚੂਨੇਟ ਨੇ, ਮਾਲਕ ਅੱਗੇ ਜਾ ਕੇ ਉਹਨਾਂ ਨੂੰ ਠੀਕ ਵੀ ਕਰਦੇ, ਸਾਡੀ ਤਾਂ ਇਹੀ ਦੁਆ ਤੇ ਕੋਸ਼ਿਸ਼ ਹੋਏਗੀ। ਲੇਕਿਨ ਇਹ ਤਾਂ ਜ਼ਰੂਰ ਵੇਖਿਆ ਗਿਆ ਹੈ ਕਿ ਜਿਹੜੇ ਜਿਨ੍ਹਾਂ ਦੀ ਐਕਸੈਸ ਪ੍ਰੋਪਰ ਇਨਫੋਰਮੇਸ਼ਨ ਤੱਕ ਨਹੀਂ ਹੈ, ਪੋਵਰਟੀ ਆਫ ਨੌਲੇਜ ਹੈ ਜਾਂ ਇਕਨੋਮਿਕਲੀ ਉਹ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਗਏ, ਜਾਂ ਲਾਰਜ ਫੈਮਿਲੀ ਸਾਈਜ਼ ਹੈ, ਜਾਂ ਐਡਿਕਸ਼ਨ ਇਨ ਦ ਫੈਮਿਲੀ ਹੈ, ਤੇ ਇਹਨਾਂ 'ਚ ਇਹ ਮਰਜ਼ ਜਿਹੜਾ ਹੈ ਇਹ ਬਹੁਤ ਹੈ, ਤੇ ਇਹੀ ਅੱਗੇ ਜਾ ਕੇ ਕੰਮ ਖਰਾਬ ਵੀ ਕਰਦਾ। ਮੈਂ ਇੱਕ ਆਪਣੇ ਦਰਸ਼ਕਾਂ ਕੋਲੋਂ ਰਿਕੁਐਸਟ ਕਰਨਾ ਚਾਹਾਂਗੀ ਕਿ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਬਿਮਾਰੀ ਦੀ ਜਾਂ ਕੋਈ ਗੱਲ ਕਰ ਰਹੇ ਹਾਂ, ਇਹ ਜ਼ਿਆਦਾਤਰ ਪੜ੍ਹੀਆਂ ਲਿਖੀਆਂ ਫੈਮਿਲੀ ਦੇ ਵਿੱਚ ਕਿਤੇ ਨਾ ਕਿਤੇ ਅਵੇਅਰਨੈਸ ਹੈਗੀ ਹੈ, ਲੇਕਿਨ ਉਹਨਾਂ ਫੈਮਿਲੀਜ਼ ਨੂੰ ਜਿੰਨਾ ਤੱਕ ਇਹ ਅਵੇਅਰਨੈਸ ਨਹੀਂ ਹੈਗੀ, ਪਲੀਜ਼ ਇਹ ਮੈਸੇਜ ਜ਼ਰੂਰ ਪਹੁੰਚਾਣਾ। ਦ ਰੀਜ਼ਨ ਮੈਂ ਇਸ ਕਰਕੇ ਬੋਲ ਰਹੀ ਹਾਂ ਡਾਕਟਰ ਸਾਹਿਬ, ਮੈਂ ਜਦੋਂ ਆਪਣੇ ਪਿੱਛੇ ਧਿਆਨ ਮਾਰ ਰਹੀ ਹਾਂ ਤੇ ਕਈ ਵਾਰੀ ਕੀ ਹੁੰਦਾ ਹੈ, ਜੋ ਅਸੀਂ ਵੀ ਦੇਖਦੇ ਆਏ ਹਾਂ, ਜਿਵੇਂ ਆਪਣੇ ਗਲੀ ਦੇ ਵਿੱਚ ਜਾਂ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਵਿੱਚ ਜਦੋਂ ਕਹੀਦਾ ਹੈ ਕਿ ਇਸ ਤਰ੍ਹਾਂ ਦਾ ਬੱਚਾ ਹੈਗਾ ਤੇ ਮਾਂ ਪਿਓ ਕੀ ਕਰਦੇ ਨੇ, ਕੁੱਟਦੇ ਨੇ। ਠੀਕ ਹੈ, ਮਾਸਟਰ ਵੀ ਕਰਦੇ ਨੇ, ਕੁੱਟਦੇ ਨੇ, ਲੇਕਿਨ ਕਿਤੇ ਨਾ ਕਿਤੇ ਸਾਨੂੰ ਇਹ ਸਮਝ ਨਹੀਂ ਹੁੰਦੀ ਕਿ ਕਿਤੇ ਉਹਨਾਂ ਨੂੰ ਕੁੱਟਣ ਦੀ ਬਜਾਏ ਅਗਰ ਅਸੀਂ ਉਹਨੂੰ ਡਾਕਟਰੀ ਇਲਾਜ ਕਰਵਾ ਲਈਏ ਤੇ ਸ਼ਾਇਦ ਉਹ ਠੀਕ ਹੋ ਜਾਵੇ। ਤੇ ਮੈਂ ਸਭਨਾਂ ਨੂੰ ਰਿਕਵੈਸਟ ਕਰਨਾ ਚਾਹਾਂਗੀ ਕਿ ਪਲੀਜ਼ ਉਹਨਾਂ ਫੈਮਲੀਆਂ ਤੱਕ ਪਹੁੰਚਾਓ ਜਿਹਨਾਂ ਦੇ ਬੱਚੇ ਵਿਚਾਰੇ ਬਿਨਾਂ ਮਤਲਬ ਤੋਂ ਮਾਰ ਖਾ ਰਹੇ ਨੇ, ਤੇ ਜਾਂ ਫਿਰ ਜਿਨ੍ਹਾਂ ਫੈਮਲੀਜ਼ ਨੂੰ ਨਹੀਂ ਪਤਾ ਹੈ, ਤਾਂ ਕਿ ਉਹ ਇੱਕ ਪੜ੍ਹੀ ਲਿਖੀ ਫੈਮਲੀ ਦੇ ਵਾਂਗਰ ਜਿੰਨੀ ਅਟੈਂਸ਼ਨ ਦੀ ਜ਼ਰੂਰਤ ਬੱਚਿਆਂ ਨੂੰ ਹੁੰਦੀ ਹੈ ਉਨੀ ਅਟੈਂਸ਼ਨ ਦੇ ਸਕਣ। ਸੌਰੀ ਫॉर ਇੰਟਰਪਸ਼ਨ, ਮੈਂ ਬਿਲਕੁਲ ਮੰਨਣਾ ਤੁਹਾਡੀ ਗੱਲ ਕਿ ਹੈ, ਲੇਕਿਨ ਜਿਹੜੀ ਪੜ੍ਹੀਆਂ ਲਿਖੀਆਂ ਫੈਮਿਲੀ ਨੇ ਨਾ, ਸੋ ਕਾਲਡ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਮਤਲਬ ਉਹਨਾਂ ਦੇ ਜਿਹੜੇ ਰੌਲੇ ਜਿਹੜੇ ਨੇ ਉਹ ਹੋਰ ਨੇ। ਮਾੜਾ ਬੰਦਾ ਤੇ ਫਿਰ ਵੀ ਸਮਝ ਜਾਂਦਾ ਹੈ, ਉਹਨੂੰ ਸਮਝਾ ਦਿੰਦੇ ਆ, ਉਹ ਗੱਲ ਫਿਰ ਵੀ ਕਿਤੇ ਨਾ ਕਿਤੇ ਮੈਂ ਵੇਖਿਆ ਉਹ ਗੱਲ ਸਿੱਧੀ ਹੋ ਜਾਂਦੀ ਹੈ। ਠੀਕ ਹੈ, ਅਗਰ ਕੰਮ ਨਹੀਂ ਟਾਈਮ ਤੇ ਹੈ ਨਾ। ਵੀ ਜਿਹੜੇ ਥੋੜੇ ਜਿਹੇ ਸੌਖੇ ਹੁੰਦੇ ਨੇ ਉਹਨਾਂ ਵਿਚਾਰਿਆਂ ਦੇ ਰੌਲੇ ਹੋਰ ਨੇ, ਲੇਕਿਨ ਇੱਕ ਉਹਨਾਂ ਦੇ ਪਰਦੇ ਪੈ ਜਾਂਦੇ ਨੇ ਨਾ। ਮਤਲਬ ਉਹ ਮਤਲਬ ਉਹਨੂੰ ਆਖਿਆ ਜਾਂਦਾ ਹੈ ਕਿ ਜਿਹੜਾ ਕੀ ਕਹਿੰਦੇ ਨੇ ਉਹਨੂੰ, ਪੰਜਾਬੀ ਚ ਕਹਿਣਾ ਨਹੀਂ ਆਉਣ ਡਿਆ, ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਜਿਨ੍ਹਾਂ ਦੇ ਕੋਲ ਹੈ ਕੁਛ, ਠੀਕ ਹੈ ਨਾ, ਉਹਨੂੰ ਆਖਣਾ ਇਹਦੇ ਬੱਚੇ ਦਾ ਸਟਾਈਲ ਹੀ ਇੰਝ, ਇਹ ਤੇ ਹੈ ਹੀ ਇੰਝ, ਉਹਨੂੰ ਕਵਰ ਵੀ ਦੇਣਾ ਹੈ ਕਿ ਉਹਨੂੰ ਆਖਾਂ ਕੇ ਮਾਰ ਪਏਗੀ। ਲੇਕਿਨ ਜਿਹੜਾ ਮਾੜਾ ਬੰਦਾ ਹੈ ਉਹਦੀ ਪੁਆਇੰਟਿੰਗ ਰੋਜ਼ ਹੋ ਜਾਂਦੀ ਹੈ, ਤੇ ਉਹ ਮਾੜੇ ਦੀ ਉਹ ਕਿਸੇ ਪਾਸਿਓਂ ਉਹਦੀ ਮਤਲਬ ਉਹਨੂੰ ਐਜ ਵੀ ਹੈਗੀ ਹੈ, ਲੇਕਿਨ ਕਿਉਂਕਿ ਉਧਰ ਤਵੱਜੋ ਬਹੁਤੀ ਦੇਣੀ ਪੈਂਦੀ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇੱਕ ਆਮ ਆਦਮੀ ਹੈ ਉਹ ਇਹਨੂੰ ਚੰਗੀ ਤਰ੍ਹਾਂ ਸਮਝ ਲਵੇ, ਤੇ ਜਿਹੜੇ ਬੰਦੇ ਕੋਲ ਰਿਸੋਰਸਿਸ ਹੈ ਨੇ ਲੇਕਿਨ ਉਹਨੂੰ ਅਵੇਅਰਨੈਸ ਨਹੀਂ, ਉਹ ਅੰਡਰਸਟੈਂਡ ਅਵੇਅਰਨੈਸ ਡਿਵੈਲਪ ਕਰਕੇ, ਤੇ ਫਿਰ ਕਮ ਸੇ ਕਮ ਇਹਨਾਂ ਮੁਲਕਾਂ 'ਚ ਜਿੱਥੇ ਰਿਸੋਰਸਿਸ ਬਹੁਤੇ ਨੇ, ਉਹ ਡਾਇਗਨੋਸਿਸ ਅਗਰ ਹੋ ਜਾਏਗੀ ਤੇ ਪ੍ਰੋਪਰ ਜਿਹੜਾ ਉਹਦਾ ਕਲੀਨਿਕਲ ਉਹਦੀ ਐਡਵਾਈਸ ਹੈ ਜਾਂ ਉਹਦੀ ਜੋ ਟ੍ਰੀਟਮੈਂਟ ਪੈਟਰਨ ਹੈ ਉਹ ਐਕਸੈਪਟ ਹੋ ਜਾਏ। ਅੱਛਾ, ਤੁਸੀਂ ਕਿਹਾ ਕਿ ਉਹਦੀ ਟ੍ਰੀਟਮੈਂਟ ਹੋ ਜਾਏਗੀ। ਅਗਰ ਮੈਂ ਜੈਸੇ ਦੋ ਸਵਾਲ ਇਕੱਠੇ ਪੁੱਛ ਰਹੀ ਹਾਂ ਤੁਹਾਡੇ ਕੋਲੋਂ, ਇੱਕ ਤੇ ਕੀ ਇਹਦੀ ਟ੍ਰੀਟਮੈਂਟ ਹੈਗੀ, ਔਰ ਅਗਰ ਇਹਦੀ ਕੋਈ ਟ੍ਰੀਟਮੈਂਟ ਹੈਗੀ ਹੈ ਤੇ ਮਾਂ-ਪਿਓ ਨੂੰ ਕਿਸ ਸਟੇਜ ਤੇ ਪਤਾ ਚੱਲੇਗਾ ਕਿ ਹਾਂ ਅਸੀਂ ਆਪਣੇ ਬੱਚੇ ਨੂੰ ਹੁਣ ਟ੍ਰੀਟਮੈਂਟ ਲਈ ਲੈ ਕੇ ਜਾਣਾ, ਜਾਂ ਇਹਦੇ ਤੇ ਕੁਝ ਸਿੰਪਟਮਸ ਐਸੇ ਨੇ ਕਿ ਹਾਂ ਅਸੀਂ ਇਹਨੂੰ ਹੁਣ ਡਾਕਟਰ ਤੇ ਬੁਲਾਈਏ? ਬੜਾ ਅੱਛਾ ਸਵਾਲ ਹੈ। ਪਹਿਲੀ ਗੱਲ ਤੇ ਅਵੇਅਰਨੈਸ, ਜਿਵੇਂ ਅਸੀਂ ਗੱਲਾਂ ਕਰਨ ਦੇ ਲੋਕੀ ਅਵੇਅਰ ਹੋ ਜਾਣ, ਤੇ ਹਰ ਬੱਚੇ ਨੂੰ ਤੁਸੀਂ ਲੇਬਲ ਨਹੀਂ ਕਰਨਾ, ਵੇਖਣਾ ਕਿ ਮੈਂ ਦੱਸਿਆ ਕਿ 6 ਮਹੀਨੇ ਤੱਕ ਕੁਝ ਅਲਾਮਤਾਂ ਨੇ, ਉਹ ਬਕਾਇਦਾ ਅਸੀਂ ਫਾਰਮ ਭਰੀਦਾ, ਤੇ ਅਗਰ ਕੋਈ ਪੈਰੈਂਟਸ ਇਸ ਤਰ੍ਹਾਂ ਵੇਖਣ ਦੇ ਨੇ ਤੇ ਆਪਣੇ ਜੀਪੀ ਨੂੰ, ਆਪਣੇ ਡਾਕਟਰ ਕੋਲ ਜਾਣ, ਉਹਨੂੰ ਜਾ ਕੇ ਦੱਸਣ ਕਿ ਵੀ ਇਸ ਤਰ੍ਹਾਂ ਦੀ ਗੱਲ ਹੈ, ਵੇਖ ਲਓ ਕਿ ਨਿਆਣੇ ਨੂੰ ਇਹ ਤੇ ਨਹੀਂਗਾ, ਉਹ ਫਿਰ ਉਹਦੀ ਅਸੈਸਮੈਂਟ ਕਰਾ ਕੇ ਤੇ ਉਹਦੀ ਡਾਇਗਨੋਸਿਸ ਦੇਵੇ। ਪਹਿਲਾ ਤੇ ਟ੍ਰੀਟਮੈਂਟ ਦਾ ਪਹਿਲਾ ਕੰਮ ਜਿਹੜਾ ਉਹ ਹੈ ਅਵੇਅਰਨੈਸ, ਫਿਰ ਹੈਗੀ ਅੰਡਰਸਟੈਂਡਿੰਗ, ਫਿਰ ਉਹਦੀ ਐਪਲੀਕੇਸ਼ਨ, ਕਿ ਜਾ ਕੇ ਅਸੈਸਮੈਂਟ ਕਰਾ। ਬਾਕੀ ਹੁਣ ਅਗਰ ਇੱਕ ਡਾਇਗਨੋਸ ਹੋ ਗਿਆ ਹੈ ਇੱਕ ਬੱਚਾ, ਤਾਂ ਫਿਰ ਉਹ ਕੁਝ ਚੀਜ਼ਾਂ ਤੇ ਜਨਰਲ ਨੇ, ਕੁਝ ਚੀਜ਼ਾਂ ਫਿਰ ਸਪੈਸੀਫਿਕ ਫੈਮਿਲੀ ਦੀਆਂ। ਵੀ ਸਿੰਗਲ ਪੈਰੈਂਟ ਹੈ ਹੋਰ ਵੇਖਾਂਗੇ, ਅਗਰ ਇੱਕ ਬੱਚਾ ਓਵਰਲੀ ਪੈਰੈਂਟ, ਮਤਲਬ ਉਹਦੇ 4 ਪੈਰੈਂਟਸ ਘਰ ਰਹਿਣ ਦੇ, ਠੀਕ ਹੈ, ਇਹ ਜੁਆਇੰਟ ਫੈਮਿਲੀ ਸਿਸਟਮ ਹੈ, ਦਾਦਾ ਦਾਦੀ, ਨਾਨਾ ਨਾਨੀ, ਮਾਂ ਪਿਓ, ਫਿਰ ਇੱਕ ਭਰਾ, ਉਹਦੇ ਬੱਚੇ ਵੀ ਨੇ, ਠੀਕ ਹੈ, ਤੇ ਉਹ ਬੱਚੇ ਇਸ ਤਰ੍ਹਾਂ ਦੇ ਫਿਰ ਕਿਸ ਤਰ੍ਹਾਂ ਹੋਰ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਦਾ ਜਿਹੜਾ ਪੈਟਰਨ ਹੈ ਮੁਮਕਨ ਹੋਰ ਕੋਈ ਇੱਕ ਇਕੱਲੀ ਚਾਹੀ ਰਹਿਣ ਡਈ ਹੈ, ਜਾਂ ਇਕੱਲਾ ਪਿਓ ਰਹਿਣ ਡਿਆ ਹੈ, ਤੇ ਉਹ ਉਹਦੇ ਵਾਸਤੇ ਸਖਤ ਹੋ ਜਾਏ, ਤੇ ਉਹ ਹਾਈਲੀ ਇੰਡੀਵਿਜੂਅਲਾਈਜ਼ਡ ਹੈ, ਉਹ ਡਾਕਟਰ ਤੈਅ ਕਰੇਗਾ ਕਿ ਮੈਨੂੰ ਕੀ ਦੱਸਣਾ ਹੈ, ਕਿਸ ਤਰ੍ਹਾਂ ਕਰਨਾ ਹੈ।
ਤੇ ਅੰਡਰਸਟੈਂਡਿੰਗ ਤੋਂ ਬਾਅਦ ਫਿਰ ਇਹ ਐਜੂਕੇਸ਼ਨ, ਪੈਰੈਂਟਸ ਦੀ ਪ੍ਰੋਪਰ ਐਜੂਕੇਸ਼ਨ, ਜਿਹੜਾ ਵੀ ਕੇਅਰ ਪ੍ਰੋਵਾਈਡਰ ਹੈ ਉਹਦੀ ਪ੍ਰੋਪਰ ਐਜੂਕੇਸ਼ਨ ਕਿ ਵੀ ਤੂੰ ਕੀ ਕੰਟਰੀਬਿਊਟ ਕਰ ਸਕਦਾ, ਸਮਾਜ ਕੀ ਕਰ ਸਕਦਾ, ਰਿਸ਼ਤੇਦਾਰ ਕੀ ਕਰ ਸਕਦਾ, ਬਿਹੇਵੀਅਰਸ ਨੇ, ਮਤਲਬ ਉਹਦਾ ਕਈ ਲੋਕੀ ਕਹਿੰਦੇ ਨੇ ਕਿ ਕਿਤਾਬੀ ਗੱਲਾਂ ਨੇ, ਪਰ ਹੈ ਨਹੀਂ। ਜਦੋਂ ਸਾਨੂੰ ਆਪਣੀ ਪੋਟੈਂਸ਼ੀਅਲ ਦਾ ਪਤਾ ਹੀ ਨਹੀਂ ਹੁੰਦਾ ਪੈਰੈਂਟਸ ਨੂੰ, ਠੀਕ ਹੈ ਨਾ, ਤੇ ਉਹ ਉਹਨਾਂ ਨੂੰ ਜੋ ਦੱਸਦਾ ਜਾਂਦਾ ਹੈ ਕਿ ਵੀ ਆਹ ਰੌਲਾ ਹੈ, ਆਹ ਇਹਦਾ ਹੱਲ ਹੈ ਤੇ ਆਹ ਇਹਦਾ ਤਰੀਕਾ ਹੈ। ਆਹ ਜਿਹੜਾ ਟ੍ਰੈਡੀਸ਼ਨਲ ਤਰੀਕਾ ਹੈ ਕਿ ਸਮਝਾ ਦੋਗੇ, ਮਾਰ ਲੋਗੇ, ਕੁੱਟ ਲੋਗੇ, ਕੰਪਲੇਨ ਕਰ ਲੋਗੇ, ਇਹ ਟ੍ਰੈਡੀਸ਼ਨਲ ਤਰੀਕਾ ਕੰਮ ਨਹੀਂ ਕਰਦਾ, ਤੇ ਉਹਨੂੰ ਤਾਂ ਪਤਾ ਨਹੀਂਗਾ। ਉਹ ਮੁਮਕਿਨ ਹੈ ਕੇਅਰਿੰਗ ਵੀ ਹੋਵੇ, ਲਵਿੰਗ ਵੀ ਹੋਵੇ, ਸਪੋਰਟ ਵੀ ਕਰ ਸਕਦਾ ਹੋਵੇ, ਲੇਕਿਨ ਉਹਦੇ ਵੱਸੋਂ ਬਾਹਰ ਹੈ, ਠੀਕ ਹੈ ਨਾ। ਤੇ ਉਹ ਦੇਖਣਾ ਪੈਣਾ ਹੈ ਕਿ ਉਹ ਹਰ ਬੱਚੇ ਦਾ ਜਾਂ ਹਰ ਫੈਮਿਲੀ ਦਾ ਕੀ ਕੰਟੈਕਸਟ ਹੈ। ਫਿਰ ਕੁਝ ਦਵਾਈਆਂ ਨੇ, ਤੇ ਉਹ ਦਵਾਈਆਂ ਜਿਹੜੀਆਂ ਨੇ ਉਹ ਪਰਫਾਰਮੈਂਸ ਇਨਹਾਂਸ ਕਰਦੀਆਂ ਨੇ। ਮਤਲਬ ਅਗਰ ਸਕੂਲੇ ਤੰਗ ਕਰਦਾ ਹੈ ਤਾਂ ਦਵਾਈ ਦੇ ਦਿਓ, ਤਾਂ ਸਕੂਲ ਜਾਏਗਾ ਤਾਂ ਸਕੂਲੇ ਕੰਸੈਂਟਰੇਸ਼ਨ ਦੀ ਬਿਹਤਰ ਹੋ ਜਾਏਗੀ, ਚੰਗਾ ਬਿਹੇਵ ਕਰੇਗਾ, ਹੈ ਜੀ। ਕੁਝ ਦਵਾਈਆਂ ਨੇ ਘਰ ਤੇ ਘਰ ਦੇ ਦਿਓ ਉਹਨੂੰ, ਵੀਕਐਂਡ ਤੇ ਨਾ ਦਿਓ ਤਾਂ ਕੋਈ ਸਾਈਡ ਇਫੈਕਟ ਨਾ। ਤੇ ਉਹ ਮੈਂ ਮੰਨਦਾ ਵਾਂ ਕਿ ਔਖਾ ਕੰਮ ਹੈ, ਲੇਕਿਨ ਐਸੀਆਂ ਦਵਾਈਆਂ ਮੌਜੂਦ ਨੇ ਕਿ ਅਗਰ ਸਹੀ ਤਰ੍ਹਾਂ ਦਿੱਤੀਆਂ ਜਾਣ, ਪ੍ਰੋਪਰ ਦਿੱਤੀਆਂ ਜਾਣ, ਕਿ ਜਿਹੜਾ ਹਾਈਪਰ ਐਕਟੀਵਿਟੀ ਹੈ ਨਾ ਉਹ ਬਿਹਤਰ ਹੋ ਜਾਂਦੀ ਹੈ, ਉਹਨੇ ਸਕੂਲ ਦੀ ਕੰਸੈਂਟਰੇਸ਼ਨ ਹੈ ਉਹਦੀ ਬਿਹਤਰ ਹੋ ਜਾਂਦੀ ਹੈ। ਤੇ ਸਾਡੀ ਇਹ ਦਵਾਈਆਂ ਦੀ ਤੇ ਬਿਹੇਵੀਅਰਲ ਸਪੋਰਟ ਦੇ ਨਾਲ ਤੇ ਰਿਵਾਰਡ ਹੈ, ਉਹਦਾ ਟਾਈਮ ਮੈਨੇਜਮੈਂਟ ਹੈ, ਤੇ ਉਹਨਾਂ ਚੀਜ਼ਾਂ ਦੇ ਨਾਲ ਬੜਾ ਫਰਕ ਪੈ ਜਾਂਦਾ। ਤੁਸੀਂ ਇੱਥੇ ਬੜੀ ਅੱਛੀ ਥੋੜੇ ਸਿੰਪਟਮਸ ਵੀ ਦੱਸੇ ਨੇ, ਥੋੜਾ ਉਹਨਾਂ ਦਾ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋ ਸਕਦੀ ਹੈ, ਲੇਕਿਨ ਇੱਕ ਦਿਮਾਗ 'ਚ ਇੱਕ ਸਵਾਲ ਆ ਰਿਹਾ ਕਿ ਅਸੀਂ ਇੱਥੇ ਗੱਲ ਕਰ ਰਹੇ ਹਾਂ ADHD ਦੀ, ਪਰ ਜਦੋਂ ਵੀ ਇਹਦੀ ਗੱਲ ਕਰਦੇ ਹਾਂ ਕੁਝ ਹੁੰਦਾ ਹੈ ਕਿ ਜਿਵੇਂ ਉਹ oppositional defiant disorder ਹੈਗਾ, OD ਹੈਗਾ, ਜਾਂ ਫਿਰ conduct disorder ਹੈਗਾ, ਇਹਨਾਂ ਦੇ ਵਿੱਚ ਕੀ ਸਿਮਿਲੈਰਿਟੀਜ਼ ਨੇ, ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚ ਕੁਝ ਫਰਕ ਹੈਗੇ ਨੇ? ਬਹੁਤ ਅੱਛਾ ਸਵਾਲ ਕੀਤਾ ਹੈ। ਇਹ ਵੀ ਸਵਾਲ ਅਕਸਰ ਇੱਥੇ ਮਾਵਾਂ ਪੁੱਛਦੀਆਂ ਨੇ, ਕਿਉਂਕਿ ਜੋ ਇਨਫੋਰਮੇਸ਼ਨ ਤੇ ਹੈ ਨਾ, ਮਤਲਬ ਤੇ ਇਨਫੋਰਮੇਸ਼ਨ ਜਿਹੜੀ ਉਹ ਪ੍ਰੋਪਰ ਨਹੀਂ ਗੀ। ਬਹੁਤ ਅੱਛਾ ਸਵਾਲ ਹੈ। ਅਸੀਂ ਇਹ ਵੇਖਣਾ ਹੁੰਦਾ ਕਿ ਅਗਰ ਇੱਕ ਬੱਚੇ ਨੂੰ ADD ਹੈ, ਮਤਲਬ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਹੈ, ਕੋਈ ਇੱਕ ਕੰਪੋਨੈਂਟ ਘੱਟ ਹੈ ਜਾਂ ਬਹੁਤ ਹੈ, ਕਿਆ ਇਹਨੂੰ ਕੁਝ ਹੋਰ ਵੀ ਹੋ ਸਕਦਾ ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਹੋਵੇ? ਉਹਨਾਂ 'ਚ ਇੱਕ ਤੇ ਤੁਸੀਂ ਨਾਂ ਲਿਆ, ਦੋ ਨਾਂ ਲਏ ਨੇ। ਇੱਕ ਨਾਂ ਤੁਸੀਂ ਲਿਆ ODD ਦਾ, oppositional defiant disorder, ਤੇ ਤੀਸਰਾ ਨਾਂ ਤੁਸੀਂ ਲਿਆ ਹੈਗਾ ਕੰਡਕਟ ਡਿਸਆਰਡਰ, ਜੀ ਨਾ, ਕੰਡਕਟ ਡਿਸਆਰਡਰ। ਇਹ ਦੋ ਬੜੇ ਹੀ ਇੰਪੋਰਟੈਂਟ ਨੇ। ਮੈਂ ਸਭ ਤੋਂ ਪਹਿਲੇ ਤੇ ਗੱਲ ਕਰਾਂਗਾ ODD ਕੀ ਸ਼ੈ ਹੈਗਾ। ਅਗੇਨ ਨੇਮ ਇਜ਼ ਸੈਲਫ ਐਕਸਪਲੇਨੇਟਰੀ, ਨਾਂ ਇੰਜ ਨਹੀਂ ਲੱਗ ਜਾਂਦੇ, ਲੇਬਲ ਦਿੱਤਾ ਗਿਆ ਉਹਦਾ ਰੀਜ਼ਨ। oppositional defiant disorder ਦਾ ਮਕਸਦ ਇਹ ਹੈ ਕਿ ਉਹ ਅਪੋਜ਼ ਕਰਦਾ ਅਥਾਰਟੀ ਨੂੰ ਬੱਚੇ ਨੂੰ, ਮਤਲਬ ਬੱਚੇ ਨੇ ਅਪੋਜ਼ ਕਰਨਾ ਅਥਾਰਟੀ, ਖਾਓ ਮਾਂ ਹੈ, ਖਾਓ ਪਿਓ ਹੈ, ਖਾਓ ਟੀਚਰ ਹੈ, ਜਾਂ ਕੋਈ ਚਾਚਾ ਬਾਬਾ ਘਰ ਦਾ ਵੱਡਾ ਹੈ, ਉਹਨੇ ਨਾ ਕਹਿਣੀ, ਠੀਕ ਹੈ। ਉਹਨੇ ਆਖਣਾ ਕਿ ਵੀ ਤੂੰ ਕਿਤਾਬ ਚੁੱਕ ਕੇ ਲੈ ਆ, ਨਹੀਂ ਲੈਣਾ, ਆਰਗੂਮੈਂਟ ਕਰਦਾ, ਬਹਿਸ ਕਰਦਾ ਕਿ ਤੂੰ ਤੇ ਯਾਰ ਤੈਨੂੰ ਗੱਲ ਇੱਕ ਦਸੀ ਦੀ ਹੈ ਕਿ ਤੂੰ ਫਲਾਣੀ ਸ਼ੈ ਇੰਜ ਕਰ ਦੇ, ਤੂੰ ਬਜਾਏ ਦੇ ਕਿ ਉਹ ਕਰ ਦੇਵੇਂ, ਤੂੰ ਅਗਲੀ ਆਪਣੀ ਕਹਾਣੀ ਨੂੰ ਕਰ ਦੇਣਾ। ਆਹ ਜਿਹੜੀਆਂ ਗੱਲਾਂ ਨੇ ਜੋ ਬੱਚੇ ਚ ਆਉਂਦੀਆਂ ਨੇ, ਤੇ ਇਹਦੇ 'ਚ ਉਹਦਾ ਕੋਈ ਜ਼ਾਤੀ ਕਸੂਰ ਨਹੀਂਗਾ, ਕੋਈ ਮਾਂ ਦੀ ਕੋਈ ਤਰਬੀਅਤ ਭੈੜੀ ਨਹੀਂ ਉਹਦੀ ਹੋਈ, ਕੋਈ ਵੱਡਿਆਂ ਨੇ ਉਹਨੂੰ ਇਹ ਗੱਲ ਸਿਖਾਈ ਨਹੀਂ ਗੀ। ਇਹ ਵੀ ਇੱਕ ਬਿਹੇਵੀਅਰਲ ਪ੍ਰੋਬਲਮ ਹੈ, ਉਹਦੇ ਵੀ ਕਈ ਰੀਜ਼ਨ ਨੇ, ਉਹਨਾਂ ਨੂੰ ਵੇਖਣਾ ਪੈਂਦਾ ਹੈ ਕਿ ਬੱਚਾ ਚਿੜਚਿੜਾ ਕਿਉਂ ਹੈ। ਅਕਸਰ ਹੈ ਕਿ ਈਜ਼ੀਲੀ ਇਗਨੋਰਡ, ਉਹ ਫਟਾਫਟ ਹੀ ਉਹ ਪੜਾ ਹੋ ਜਾਂਦਾ, ਐਂਗਰ ਹੈ ਉਹਨੂੰ, ਗੁੱਸਾ ਉਹਨੂੰ ਹੈ, ਨਾ ਤੇ ਉੱਤੇ ਪਈ ਹੈ, ਜ਼ਬਾਨ ਤੇ ਪਈ ਹੈ, ਠੀਕ ਹੈ। ਜਿਹੜੀ ਗੱਲ ਤੂੰ ਮਨਾ ਕਰਨਾ ਉਹ ਉਹਨੇ ਦੋ ਦਫਾ ਕਰਨੀ। ਹੁਣ ਇਹ ਜਿਹੜੀ ਗੱਲਾਂ ਕਰਦਾ ਨਿਆਣਾ, ਇਹਨੂੰ ਅਸੀਂ ਕਹਿੰਦੇ ODD, ਆਮ ਕਹਿੰਦੇ ਨੇ ਬੜਾ ਬਦਤਮੀਜ਼ ਬੱਚਾ, ਠੀਕ। ਇਹ ਵੀ ਇੱਕ ਕੰਡੀਸ਼ਨ ਹੈ ਜਿਹਨੂੰ ਬਕਾਇਦਾ ਪੈਰੈਂਟਸ ਨੂੰ ਪਤਾ ਹੋਣਾ ਚਾਹੀਦਾ। ਸਾਡੇ ਕੋਲ ਟਾਈਮ ਦਾ ਮਸਲਾ ਹੈ, ਅਸੀਂ ਡਿਟੇਲ 'ਚ ਨਹੀਂ ਜਾ ਸਕਦੇ, ਲੇਕਿਨ ਮੈਂ ਦੱਸਣਾ ਚਾਹਨਾ ਵਾਂ ਕਿ ਇਹ ADHD ਨਹੀਂਗਾ, ਠੀਕ ਹੈ ਨਾ। ਉਹ ਚੀਜ਼ ਹੈ ਕਿ ਦੋਨੋਂ ਸਿਮਿਲੈਰਿਟੀਜ਼ ਲੱਗਦੀਆਂ, ਤੁਸੀਂ ਉਹਦੇ 'ਚ ਵੀ ਬਿਹੇਵੀਅਰ ਗੱਲ ਕਰ ਰਹੇ ਹੋ, ਉਹਦੇ 'ਚ ਵੀ ਬਿਹੇਵੀਅਰ ਗੱਲ ਕਰ ਰਹੇ ਹੋ, ਉਹਦੇ 'ਚ ਵੀ ਕਹਿ ਰਹੇ ਹੋ ਆਖੇ ਨਹੀਂ ਲੱਗ ਰਿਹਾ, ਇਹਦੇ 'ਚ ਵੀ ਕਹਿ ਰਹੇ ਹੋ ਆਖੇ ਨਹੀਂ ਲੱਗ ਰਿਹਾ। ਨਹੀਂ, ਉਹ ਆਖੇ ਤੇ ਨਾ ਕਿ ਉਹਦੇ 'ਚ ਅਟੈਂਸ਼ਨ ਨਹੀਂਗਾ, ਉਹ ਚੁੱਪ ਕਰਕੇ ਬਹਿੰਦਾ ਨਹੀਂਗਾ, ਧਿਆਨ ਨਹੀਂ ਦਿੰਦਾ। ਇਹ ਧਿਆਨ ਦਿੰਦਾ ਹੈ, ਗੱਲ ਸੁਣਦਾ ਵੀ ਹੈ, ਸਾਰੀ ਗੱਲ ਸੁਣ ਕੇ ਆਖੇਗਾ ਕਿ ਨਹੀਂ ਕਰਦਾ, ਕੀ ਕਰ ਲਓ। ਮਤਲਬ ਮਕਸਦ ਹੈ ਕਿ ਉਹਨੂੰ ਸਾਰੀ ਗੱਲ ਸੁਣੀ, ਸਾਰੀ ਗੱਲ ਸਮਝੀ। ਹੁਣ ਅੱਗੇ ਵੀ ਤੂੰ 9 ਵਜੇ ਟਾਈਮ ਰੱਖਿਆ ਘਰ ਆਉਣ ਦਾ,
ਕਿ ਠੀਕ ਹੈ ਫਿਰ ਮੈਂ 9 ਜਾਵਾਂਗਾ, ਮੈਨੂੰ ਬਹੁਤ ਆਖੋਗੇ ਨਾ ਤੇ ਮੈਂ ਨਾ ਆਇਆ। ਠੀਕ ਹੈ, ਆ ਹੋ ਗਿਆ ਉਹਦਾ opposition। ਉਹਨੇ ਮਤਲਬ ਉਹਨੇ ਅਥਾਰਟੀ ਨੂੰ ਚੈਲੰਜ ਕਰਨਾ ਹੈ, ਮਾਂ ਪਿਓ ਟੀਚਰ ਘਰ ਦਾ ਵੱਡਾ ਕੋਈ ਵੀ ਹੋਵੇ। ਇਹੀ ਬੱਚੇ ਜਿਨ੍ਹਾਂ ਨੂੰ ODD ਆਉਂਦਾ ਹੈ, ਅਗਰ ਉਹ ਪ੍ਰੋਪਰ ਉਹਨਾਂ ਦੀ ਅੰਡਰਸਟੈਂਡਿੰਗ ਜਾਂ ਤਸ਼ਖੀਸ ਨਹੀਂ ਆਉਂਦੀ, ਇਹ ਚਲੇ ਜਾਂਦੇ ਨੇ ਕੰਡਕਟ ਡਿਸਆਰਡਰਸ ਵਿੱਚ। ਇਹਦੀ ਵੀ ਬਕਾਇਦਾ ਡਾਇਗਨੋਸਿਸ ਹੈ, ਇੰਜ ਨਹੀਂ ਇੱਕ ਦਿਨ ਕਿਸੇ ਨੇ ਨਾ ਕੀਤਾ ਤੇ ਉਹ ODD ਹੋ ਗਿਆ, ਉਹਦਾ ਵੀ 6 ਮਹੀਨੇ ਸਾਲ ਉਹਦਾ ਕ੍ਰਾਈਟੇਰੀਆ ਹੈ। ਇਹੀ ਬੱਚੇ ਜਾਂਦੇ ਨੇ ਕੰਡਕਟ ਡਿਸਆਰਡਰਸ। ਜਿਹੜੇ ਜਾਂਦੇ ਨੇ ਕੰਡਕਟ ਡਿਸਆਰਡਰ ਵਿੱਚ, ਠੀਕ ਹੈ, ਉਹ ਬੱਚੇ ਕਰਦੇ ਝੂਠ ਬੋਲਦੇ ਨੇ, ਬਿਲਕੁਲ ਮੰਨਦੇ ਹੀ ਨਹੀਂ ਗਏ ਵੀ ਤੂੰ ਗਲਤੀ ਕੀਤੀ, ਦੂਜੇ ਦੇ ਪਾ ਦੇਣੀ। ADD ਤੇ ਬੱਚਾ ਤੇ ਸਕੂਲੇ ਭੁੱਲ ਕੇ ਆ ਗਿਆ, ਪੈਨਸਲ ਕਿਤਾਬ ਭੁੱਲ ਕੇ ਆ ਗਿਆ, ਇਹ ਹੋ ਗਿਆ ਅਟੈਂਸ਼ਨ ਡੈਫਿਸਿਟ। ਅਟੈਂਸ਼ਨ ਨਹੀਂ ਸੀਗਾ, ਮਾਂ ਨੇ ਦਿੱਤਾ ਉਹਨੂੰ, ਕੋਈ ਤੂੰ ਲੰਚ ਬਾਕਸ ਨਵਾਂ ਲੈ ਕੇ ਦਿੱਤਾ, ਉਹ ਸਕੂਲੇ ਛੱਡ ਕੇ ਆ ਗਿਆ, ਇੱਕ ਵਾਰੀ ਨਹੀਂ 20 ਦਫਾ ਨਹੀਂ ਕੀਤਾ ਉਹਨੇ, ਇਹ ਹੋ ਗਿਆ ਅਟੈਂਸ਼ਨ ਡੈਫਿਸਿਟ। ਜਿਹੜਾ ਕੰਡਕਟ ਦਾ ਪ੍ਰੋਬਲਮ ਹੈ ਜਿਹਨੂੰ, ਜਿਸ ਬੱਚੇ ਨੂੰ, ਉਹ ਦੂਜੇ ਦਾ ਖੋਗ ਲੈ ਆਂਦਾ, ਚੋਰੀ ਕਰ ਲਈ ਉਹਨੇ ਜਾ ਕੇ, ਮੰਨਣਾ ਵੀ ਕੋਈ ਨਹੀਂ। ਉਹਨਾਂ ਕੇ ਚੰਡ ਚੰਡਾ ਮਾਰ ਕੇ ਮੂੰਹ ਸੁਝਾਤਾ, ਫੜ ਕੇ ਮੰਨਦਾ ਨਹੀਂ, ਮੈਂ ਕੀਤੀ ਨਹੀਂ, ਫੜ ਨਹੀਂ ਕੀਤੀ। ਠੀਕ, ਤੇ ਪਰਸ ਖੋਲਣਾ, ਤੰਗ ਕਰਨਾ ਹੈ ਜੀ, ਤੇ ਕੋਸ਼ਿਸ਼ ਕਰਨੀ ਸ਼ਰਾਬ ਸਿਗਰਟ ਜਿਹੜੀ ਸ਼ੈ ਆ ਜੇ ਉਹ ਕਰ ਜਾਣੀ। ਇਹ ਕੰਡਕਟ ਪ੍ਰੋਬਲਮ ਆ ਗਿਆ ਨਾ ਉਹਦਾ। ਮਤਲਬ ਬੱਚਾ ਜਿਹੜਾ ਹੈਗਾ ਉਹ ਲੱਗਦਾ ਹੈ ਕਿ ਜਿਵੇਂ ADHD ਹੈਗਾ, ਲੇਕਿਨ ਉਹਦੇ ਕਈ ਰੀਜ਼ਨ ਨੇ। ADHD ਨਹੀਂ ਗਾ ਉਹਨੂੰ ਮੁਮਕਿਨ ਹੈ ਆਪੋਜੀਸ਼ਨਲ ਡਿਫੀਸ਼ੀਐਂਟ ਡਿਸਆਰਡਰ ਹੋਵੇ, ਜਿਹੜਾ ਪ੍ਰੋਪਰ ਡਾਇਗਨੋਸ ਨਹੀਂ ਹੋਇਆ, ਟ੍ਰੀਟ ਨਹੀਂ ਹੋਇਆ, ਮੈਨੇਜ ਨਹੀਂ ਹੋਇਆ, ਉਸ ਤੋਂ ਬਾਅਦ ਬੱਚਾ ਓਰੀਬੀਲੀਅਸ ਹੋ ਗਿਆ, ਉਹ ਬਾਗੀ ਹੋ ਗਿਆ। ਉਹ ਥੋੜਾ ਜਿਹਾ ਵੱਡਾ ਹੋਇਆ, ਜਦੋਂ ਰਿਸੋਰਸਿਸ ਵਧੀਆਂ ਉਹਦੀਆਂ, ਉਹਨੇ ਉਹ ਸਾਰਾ ਕੁਝ ਕੀਤਾ ਜੋ ਰੋਕ ਸਕਦਾ ਸੀਗਾ। ਸਿਗਰਟ ਵੀ ਪੀਂਦਾ ਹੈ, ਸ਼ਰਾਬ ਵੀ ਪੀਂਦਾ ਹੈ, ਉਹ ਕੁੱਟਦਾ ਵੀ ਹੈ ਲੋਕਾਂ ਨੂੰ। ਜਦੋਂ ਉਹਨੂੰ ਮਨਾ ਕੀਤਾ ਕਿ ਵੀ ਤੂੰ, ਮੈਨੂੰ ਪਤਾ ਮੈਂ ਮਾਰਾਂਗਾ, ਬਸ ਮੇਰੇ ਤੋਂ ਡਰਦਾ। ਫਿਰ ਘਰ ਕੋਈ ਪੈਟ ਹੈ, ਖਰਗੋਸ਼ ਹੈ, ਕੁੱਤਾ ਹੈ, ਬਿੱਲੀ ਹੈ, ਉਹਨੂੰ ਫੜ ਕੁੱਟੇਗਾ। ਯਾਰ ਕਮਾਲ ਹੋ ਗਿਆ, ਤੂੰ ਇਹ ਬੇਜ਼ਬਾਨ ਉਹਨੇ ਕੀ ਕਸੂਰ ਕੀਤਾ? ਉਹ ਆਪਣਾ ਗੁੱਸਾ ਉਸ ਤੇ ਉਹਨੇ ਲਾ ਕੇ ਛੱਡਣਾ। ਠੀਕ ਹੈ ਨਾ, ਆ ਹੋ ਗਿਆ ਕੰਡਕਟ ਡਿਸਆਰਡਰ। ਤੁਸੀਂ ਵੇਖੋ ਕਿ ਸਾਡੇ ਸਮਾਜ ਵਿੱਚ ਇਹ ਚੀਜ਼ਾਂ ਮੌਜੂਦ ਨੇ, ਇਹ ਚੀਜ਼ਾਂ ਮੌਜੂਦ ਨੇ। ਅਸੀਂ ਇਹਨਾਂ ਨੂੰ ਵੇਖਣਾ ਹੈ, ਵੇਖ ਕੇ ਅਸੀਂ ਵੇਖਣਾ ਹੈ ਕਿ ਕਿੱਥੇ ਕਿੱਥੇ ਪਾਣਾ ਹੈ। ਇਸ ਤੋਂ ਪਹਿਲੇ ਕਿ ਅਸੀਂ ਲੇਬਲ ਕਰੀਏ, ਅਸੀਂ ਇਹਦਾ ਇਲਾਜ ਕਰਨਾ ਹੈ। ਇਹੀ ਬੱਚੇ ਜਿਨ੍ਹਾਂ ਨੂੰ ਅੱਜ ਕੰਡਕਟ ਡਿਸਆਰਡਰ ਹੈ, ਜਦੋਂ ਇਹ 18 ਸਾਲ ਦੇ ਉੱਤੇ ਹੋ ਜਾਂਦੇ ਨੇ, ਤੇ ਇਹ ਇਹਨਾਂ ਨੂੰ ਕਹਿੰਦੇ ਨੇ ਐਂਟੀ ਸੋਸ਼ਲ ਡਿਸਆਰਡਰ। ਐਂਟੀ ਸੋਸ਼ਲ ਡਿਸਆਰਡਰ ਇਹ ਉਹ ਹੁੰਦੇ ਨੇ ਬੱਚੇ ਜਿਨ੍ਹਾਂ ਨੇ ਅੱਗੇ ਨਾ ਸਿਰਫ ਡਰਗ ਵੇਚਣੀ ਹੈ ਬਲਕਿ ਬਣਾਣੀ ਵੀ ਹੈ, ਐਕਸੀਡੈਂਟ ਕਰਾਣੇ ਨੇ, ਹਾਂਜੀ, ਡਾਕੇ ਮਾਰਨੇ ਨੇ, ਉਹਨਾਂ ਨੇ ਚਲੇ ਜਾਣਾ ਤੇ ਉਹ ਰੈਕਲੈਸ ਡਰਾਈਵਿੰਗ ਕਰਨੀ ਹੈ। ਸਮਝਣਾ ਕੋਈ ਨਹੀਂਗਾ, ਆਪਣੀ ਗਲਤੀ ਤਾਂ ਮੰਨਣੀ ਹੀ ਨਹੀਂ ਨਾ, ਵੀ ਤੂੰ ਐਕਸੀਡੈਂਟ ਕੀਤਾ, ਤੈਨੂੰ 20 ਦਫਾ ਆਖਿਆ ਇਸ ਤਰ੍ਹਾਂ ਗੱਡੀ ਨਾ ਚਲਾਇਆ ਕਰ ਯਾਰ, ਅੱਜ ਗੱਡੀ ਲਈ ਹੈ, ਤੂੰ ਕੱਲ ਦੌੜ ਕੇ ਆ ਗਿਆ, ਮੈਂ ਕਰਾਂਗਾ, ਤੂੰ ਕਰਨਾ ਕਰ ਲਓ। ਬੰਦਾ ਕਹਿੰਦਾ ਯਾਰ ਤੂੰ ਸਾਡੇ ਚੋਂ ਹੈ ਜਾਂ ਕਿਸੇ ਹੋਰ ਚੋਂ ਹੈ? ਤੈਨੂੰ ਕੁਝ ਸਮਝ ਆਉਂਦੀ ਪਈ? ਕਹਿਣ ਕਿ ਰਹੇ ਤੈਨੂੰ ਅਸੀਂ, ਤੈਨੂੰ ਉਦੋਂ ਸਮਝਾਇਆ, ਤੈਨੂੰ ਉਦੋਂ ਸਮਝਾਇਆ, ਤੈਨੂੰ ਉਦੋਂ ਸਮਝਾਇਆ। ਤੂੰ ਉਹੀ ਗੱਲ ਕਰਨੀ ਹੈ ਕਿ ਜੋ ਤੇਰੇ ਦਿਮਾਗ 'ਚ ਆਉਂਦਾ। ਹਾਂ, ਉਹਨੇ ਉਹੀ ਕਰਨੀ ਹੈ ਜੋ ਉਹਦਾ ਦਿਮਾਗ ਕਹਿੰਦਾ। ਕਿਉਂ ਕਿ ਉਹਨੂੰ ਵੀ ਇੱਕ ਸਾਈਕੋਲੋਜੀਕਲ ਡਿਸਆਰਡਰ ਹੈ ਜਿਹਦਾ ਨਾਮ ਹੈਗਾ ਐਂਟੀ ਸੋਸ਼ਲ ਡਿਸਆਰਡਰ। ਤੁਸੀਂ ਮੈਡੀਕਲ ਟਰਮਸ ਦੇ ਵਿੱਚ ਹਰ ਇੱਕ ਬਿਹੇਵੀਅਰ ਨੂੰ ਇੱਕ ਡਿਸਆਰਡਰ ਜਿਵੇਂ ਕਹਿ ਲਓ ਕਿ ਹੈ ਕਿ ਅਗਰ ਕਿਸੇ ਦਾ ਨਾਰਮਲ ਬਿਹੇਵੀਅਰ ਨਹੀਂ ਹੈ ਤਾਂ ਇੱਕ ਡਿਸਆਰਡਰ, ਜਦਕਿ ਅਸੀਂ ਆਮ ਭਾਸ਼ਾ ਦੇ ਵਿੱਚ ਇਹ ਕਹਿ ਦਿੰਦੇ ਆ ਕਿ ਇਹਨੂੰ ਇਹਦਾ ਬਿਹੇਵੀਅਰ ਇਸ ਤਰ੍ਹਾਂ ਹੈਗਾ ਹੈ ਕਿਉਂਕਿ ਇਹਨੂੰ ਪਰਵਰਿਸ਼ ਅੱਛੀ ਨਹੀਂ ਮਿਲੀ ਹੈ, ਕਿਉਂਕਿ ਇਹਦੇ ਮਾਪਿਓ ਨੇ ਜਾਂ ਵਨ ਆਫ ਦ ਪਰਸਨ ਨੇ, ਕਿਸੇ ਫੈਮਿਲੀ ਮੈਂਬਰ ਨੇ ਇਹਨੂੰ ਸਿਰ ਤੇ ਚੜਾ ਕੇ ਰੱਖਿਆ ਹੋਇਆ, ਜਾਂ ਫਿਰ ਇਹਨੂੰ ਕਹਿ ਲਓ ਕਿ ਧਿਆਨ ਨਹੀਂ ਦਿੱਤਾ ਗਿਆ। ਤੇ ਕੀ ਵਾਕਈ ਇਹ ਕਹਿਣਾ ਸਹੀ ਹੈ ਕਿ ਇਹਦੇ ਪਿੱਛੇ ਉਹਦੇ ਪੈਰੈਂਟਸ ਦਾ, ਉਹਦੇ ਫੈਮਿਲੀ ਮੈਂਬਰਸ ਦਾ ਹੱਥ ਹੈਗਾ ਉਹਦਾ ਬਿਹੇਵੀਅਰ ਵਿਗਾੜਨ ਦੇ ਵਿੱਚ, ਜਾਂ ਉਹਦਾ ਇੰਟਰਨਲੀ ਵਾਕਈ ਕੋਈ ਡੈਫੀਸ਼ੀਐਂਸੀ ਹੈ? ਨਹੀਂ, ਬਿਲਕੁਲ ਹੈਗਾ। ਮਤਲਬ ਘਰ ਦੇ ਅੰਦਰ ਮੈਂ ਆਖਿਆ ਨਾ ਕਿ ਚਾਈਲਡ ਇਜ਼ ਏ ਬੈਰੋਮੀਟਰ ਆਫ ਫੈਮਿਲੀ। ਹਾਂਜੀ, ਮਤਲਬ ਇਫ ਏ ਫੈਮਿਲੀ ਪ੍ਰੇ ਟੁਗੇਦਰ they stay together, if a family eat together they stay together। ਅਗਰ ਤੇ ਉਹ ਇੰਟਰੈਕਸ਼ਨ ਹੈਗਾ, ਕਮਿਊਨੀਕੇਸ਼ਨ ਹੈਗੀ ਹੈ, ਪ੍ਰੋਪਰ ਅੰਡਰਸਟੈਂਡਿੰਗ ਹੈ, ਮਾੜਾ ਚੰਗਾ ਹੋਣਾ ਬਾਅਦ ਦੀ ਗੱਲ ਹੈ, ਠੀਕ ਹੈ, ਤਾਂ ਉਹਦਾ ਅਸਰ ਤੇ ਬਹੁਤ ਪੈਂਦਾ ਨਾ। ਮਤਲਬ ਇੱਕ ਸ਼ੈ ਨਹੀਂ ਗੀ, ਇਹ ਮਲਟੀਪਲ ਫੈਕਟਰਸ ਨੇ ਜਿਹੜੇ ਲੈ ਕੇ ਆਉਂਦੇ ਨੇ। ਜਦੋਂ ਮੈਂ ਤਿੰਨਾਂ ਦਾ ਨਾਂ ਲੈਣਾ, ADHD ਦਾ ਨਾਂ ਲੈ ਲਿਆ, ODD ਦਾ ਨਾਂ ਲੈ ਲਿਆ, ਜਾਂ ਕੰਡਕਟ ਡਿਸਆਰਡਰ ਦਾ ਨਾਂ ਲੈ ਲਿਆ, ਜਾਂ ਐਂਟੀ ਸੋਸ਼ਲ ਡਿਸਆਰਡਰ ਦਾ ਨਾਂ ਲੈ ਲਿਆ, ਤੇ ਇਹਦਾ ਮਕਸਦ ਇਹ ਨਹੀਂ ਕਿ ਇੱਕ ਦਿਨ 'ਚ ਹੋ ਜਾਂਦੇ ਨੇ। ਇਹਨਾਂ ਦਾ ਇੱਕ ਬਕਾਇਦਾ, ਮੈਂ ਬਾਰ-ਬਾਰ ਅਰਜ਼ ਕਰ ਰਿਹਾ ਵਾਂ,
ਇਹਨਾਂ ਦੀ ਡਾਇਗਨੋਸਿਸ ਵਾਸਤੇ ਇੱਕ ਪ੍ਰੋਟੋਕੋਲ ਹੈ। ਹੁਣ ਤਾਂ ਸਿਰਫ ਮੈਂ ਦੱਸ ਰਹਾ ਇਹ ਪਿਆ ਵਾਂ ਕਿ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ, ਅਸੀਂ ਇਹਨਾਂ ਨੂੰ ਇਗਨੋਰ ਕਰਕੇ ਲੇਬਲ ਕਰ ਦਿੰਦੇ ਹਾਂ। ਜਿਹੜਾ ਤੁਸੀਂ ਆਖਿਆ ਨਾ ਪਰਵਰਿਸ਼ ਦਾ, ਇਹ ਬੜਾ ਵੱਡਾ ਕੁਐਸਚਨ ਹੈ। ਉਹ ਸਾਰੇ ਕੋਈ ਕਿਤੇ ਟਾਈਮ ਦੁਬਾਰਾ ਮਿਲਿਆ ਤੇ ਗੱਲ ਕਰਾਂਗੇ। ਨੇਚਰ ਤੇ ਨਰਚਰ, ਮਤਲਬ ਉਹ ਨੈਚੁਰਲੀ ਕੀ ਲੈ ਕੇ ਆਇਆ ਤੇ ਨਰਚਰ ਕਿੰਜ ਹੋਇਆ। ਠੀਕ ਹੈ ਨਾ, ਮਤਲਬ ਸ਼ੇਰ ਹੈ, ਸ਼ੇਰ ਨੂੰ ਤੁਸੀਂ ਮਾਸ ਦੇ ਦਿਓ ਬਗੈਰ ਕਿਸੇ ਕੁਛ ਆਖੀ, ਠੀਕ ਹੈ, ਉਹ ਭੁੱਲ ਜਾਏਗਾ ਪੰਜਾ ਮਾਰਨਾ। ਇੰਜੀ ਹੈ ਕਿ ਨਹੀਂ? ਉਹਦੀ ਨੇਚਰ ਵਿੱਚ ਤੇ ਸ਼ਿਕਾਰ ਕਰਨਾ ਸ਼ਾਮਲ ਹੈ ਨਾ। ਨਰਚਰ ਇੰਜ ਹੋਇਆ ਕਿ ਉਹਨੂੰ ਤੁਸੀਂ ਗੋਸ਼ਤ ਦੇ ਦਿੱਤਾ, ਘਰ ਪਾਲ ਲਿਆ, ਜਦੋਂ ਲੋੜ ਪਈ ਉਹਨੂੰ ਗੋਸ਼ਤ ਦੇ ਦਿੱਤਾ, ਉਹਨੇ ਇੱਕ ਵਾਰੀ ਜਾ ਕੇ ਆਪ ਹੀ ਨਹੀਂ ਲੈ ਕੇ ਆਉਂਦਾ ਗੋਸ਼ਤ। ਇੰਜ ਹੈ ਨਾ। ਮਕਸਦ ਕਹਿਣ ਦਾ ਇੰਜ ਹੈ ਕਿ ਜਿਹੜੀ ਸ਼ੈ ਨੂੰ ਜਿਸ ਤਰ੍ਹਾਂ ਨਰਚਰ ਕਰੋਗੇ, ਉਹ ਨੈਚੁਰਲ ਬੇਸ਼ੱਕ ਠੀਕ ਵੀ ਆਵੇ, ਅਗਰ ਉਹ ਨਰਚਰ ਚੰਗੀ ਨਹੀਂ ਹੋਈ ਤਾਂ ਉਹਦੇ ਇਫੈਕਟ ਆਏਗਾ। ਤੇ ਜਿਹੜੇ ਇਫੈਕਟ ਤੁਸੀਂ ਗੱਲ ਕਰ ਰਹੇ ਹੋ, ਕੀ ਇਹਦੀ ਕੋਈ ਪਾਰਟਿਕੂਲਰ ਏਜ ਹੈ ਜਦੋਂ ਪੈਰੈਂਟਸ ਨੂੰ ਪਤਾ ਲੱਗ ਜਾਏਗੀ ਕਿ ਵਾਕਈ ਇਹਦੀ ਪਾਰਟਿਕੂਲਰ ਏਜ ਹੋ ਰਹੀ ਹੈ, ਜਾਂ ਫਿਰ ਚੱਲਦਾ ਰਹੇਗਾ ਲਾਈਫ ਦੇ ਨਾਲ? ਨਹੀਂ, ਇੰਜ ਨਹੀਂਗਾ। ਮਸਲਨ ADD ਦੀ ਗੱਲ ਕਰਾਂ ਮੈਂ, ਆਮ ਤੌਰ ਤੇ ਜੇ 6 ਸਾਲ ਦਾ ਬੱਚਾ ਸਕੂਲੇ ਜਾਣ ਲੱਗਦਾ ਹੈ, ਉਦੋਂ ਪਤਾ ਲੱਗਦਾ ਘਰ ਵਿੱਚ ਤੇ ਹੁੰਦਾ ਹੀ ਨਹੀਂ ਕਰਦਾ ਰਹਿੰਦਾ, ਉਹ ਕੁੱਟ ਖਾਏਗਾ, ਮਾਰ ਖਾਏਗਾ, ਡਾਂਡਾ ਖਾਏਗਾ, ਚੁੱਪ ਹੋ ਜਾਏਗਾ। ਸਕੂਲੇ ਜਾਂਦਾ ਹੈ, ਉਹ ਪਤਾ ਲੱਗਦਾ ਸਕੂਲੇ ਵੀ ਇੰਜ, ਕੋਈ ਡਾਕਟਰ ਕੋਲ ਲੈ ਕੇ ਆਉਂਦੇ ਪਤਾ ਚੱਲਦਾ। ਤੇ ਉਹ ਇੰਜ ਕਿ ਇਹਦਾ ਯਕਦਮ ਤੇ ਨਹੀਂ ਪਤਾ ਚੱਲਦਾ, ਮਤਲਬ ਉਹਨੂੰ 1 ਸਾਲ ਦਾ ਬੱਚਾ ਤੋਂ ਕੀ ਪਤਾ ਲੱਗਣਾ। ਉਹ ਹੁਣ ਵੱਡਾ ਹੋਏਗਾ, ਕੰਸੈਂਟਰੇਸ਼ਨ ਲੋਡ ਪਏਗੀ, ਉਹ ਸਕੂਲੇ ਜਾਏਗਾ, ਪੜ੍ਹੇਗਾ, ਉਹਦੀ ਪਤਾ ਲੱਗੇਗਾ। ਤੇ ਆਮ ਤੌਰ ਤੇ ਜਿਹੜਾ ਆਟਿਜ਼ਮ ਦਾ ਬੱਚਾ ਹੈ ਉਹ 3 ਸਾਲਾਂ 'ਚ, ਤੇ ਆ ਜਿਹੜਾ ਬੱਚਾ ਹੈ ADD ਦਾ ਬੱਚਾ ਜਿਹੜਾ ਹੈ, ਇਹ ADHD ਦਾ ਬੱਚਾ ਜਿਹੜਾ ਇਹ 6 ਸਾਲਾਂ 'ਚ 5-6 ਸਾਲਾਂ 'ਚ ਇਹਦਾ ਆਮ ਤੌਰ ਤੇ ਫੜੇ ਜਾਂਦੇ ਨੇ। ਤੇ ਜਿਹੜਾ ਕੰਡਕਟ ਡਿਸਆਰਡਰ ਹੈ, ਇਹੀ 5-6 ਸਾਲਾਂ 'ਚ ਤੋਂ ਉਹਨੇ ਸੋਸ਼ਲ ਹੋਣਾ, ਬੱਚੇ ਨੇ ਬਾਹਰ ਲੋਕਾਂ ਨੇ ਆਉਣਾ ਹੈ, ਘਰ ਬਹਿਣਾ ਹੈ, ਤੇ ਉਹ ਉਸ ਤਰ੍ਹਾਂ ਕਰਨਾ ਹੈ, ਤੇ ਉਹ ਕੰਡਕਟ ਦਾ ਪਤਾ ਲੱਗ ਜਾਂਦਾ। ਲੋਕ ਸ਼ਿਕਾਇਤ ਕਰਦੇ ਨੇ ਕਿ ਵੀ ਇਹਨੇ ਤੁਹਾਡੀ ਕੀ ਕਹਿੰਦੇ ਨੇ ਫਲਾਣੀ ਚੋਰੀ ਕਰ ਲਈ ਜਾਂ ਫਲਾਣਾ ਕਰ ਲਿਆ, ਇਹ ਝੂਠ ਬੋਲਦਾ ਬੱਚਾ ਹੈ ਜੀ, ਬਾਰ-ਬਾਰ ਮਤਲਬ ਝੂਠ ਬੋਲਦਾ। ਇਹ ਕੰਡਕਟ ਉਹਦਾ ਖਰਾਬ ਆ ਗਿਆ ਨਾ, ਚੋਰੀ ਕੀਤੀ, ਝੂਠ ਬੋਲਿਆ। ਬਾਅਦ 'ਚ ਆ ਗਿਆ ਉਹਦਾ ਓਪੋਜੀਸ਼ਨ ਡਿਫੀਐਂਟ ਹੈ, ਮਾਸਟਰ ਕਹਿੰਦਾ ਤੂੰ ਜੋ ਸਕੂਲੇ ਜਾਏਗਾ ਪਤਾ ਚੱਲੇਗਾ। ਉਹ ਜਿਸ ਤਰ੍ਹਾਂ ਹੋਰ ਵੱਧਦੀ, ਲੇਕਿਨ ਇੱਕ ਜਿਵੇਂ ਹੁਣ ਆਖਰੀ ਤੋਂ ਦੱਸਿਆ ਐਂਟੀ ਸੋਸ਼ਲ, ਤੇ ਐਂਟੀ ਸੋਸ਼ਲ ਤੋਂ ਉਹਦਾ ਜੋ ਸੋਸਾਇਟੀ ਦਾ ਪਾਰਟ ਬਣੇਗਾ। ਜਦੋਂ ਸਮਾਜ ਵਿੱਚ, ਮੁਆਸ਼ਰੇ 'ਚ ਜਦੋਂ ਉੱਠਣ ਬਹਿਣਾ ਆਏਗਾ ਨਾ, ਉਦੋਂ ਅਸੀਂ ਡਾਇਗਨੋਸ ਕਰਨੇ ਆ, ਲੇਕਿਨ ਪਹਿਲੇ ਹੀ ਪਤਾ ਲੱਗ ਜਾਂਦਾ। ਠੀਕ ਹੈ ਨਾ, ਕਦੂਰੀਆਂ ਦੇ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਨੇ, ਉਹ ਇੰਜੇ ਕੋ ਪਤਾ ਪਹਿਲੇ ਲੱਗ ਜਾਂਦਾ। ਸੂਈਆਂ ਦੇ ਮੂੰਹ ਤਿੱਖੇ ਚਮਾਂਦਰੂ, ਉਹਦਾ ਮਕਸਦ ਇਹ ਵੇ ਕਿ ਸੂਈ ਅਗਰ ਤਿੱਖੀ ਨਹੀਂਗੀ ਤੇ ਉਹ ਕੀ ਪਤਾ ਲੱਗਣਾ, ਉਹਦਾ ਪਤਾ ਪਹਿਲੇ ਲੱਗ ਜਾਂਦਾ ਹੈ। ਵਾਲਿਆਂ ਨੂੰ ਬਾਅਦ ਸਮਝ ਆਉਂਦੀ ਹੈ ਗੱਲ ਦੀ, ਤੇ ਉਹ ਉਦੋਂ ਲੇਟ ਹੋ ਚੁੱਕੀ ਹੁੰਦੀ। ਸਾਰੀ ਗੱਲ ਕਰਨ ਦਾ ਮਕਸਦ ਇਹ ਵੇ ਕਿ ਸਾਨੂੰ ਪਹਿਲੇ ਪਤਾ ਹੋਵੇ ਕਿ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ। ਕਿਸੇ ਦੇ ਬੱਚੇ ਨੂੰ ਲੇਬਲ ਕਰਨ ਤੋਂ ਪਹਿਲਾਂ ਵੇਖ ਲਿਆ ਜਾਏ, ਉਹਨੂੰ ਇਹ ਮਸ਼ਵਰਾ ਦਿੱਤਾ ਜਾਏ ਕਿ ਇਹਦਾ ਚੈੱਕ ਕਰਾ ਲਓ, ਡਾਕਟਰ ਨੂੰ ਮਿਲ ਲਓ, ਅਗਰ ਇਹਦਾ ਕੋਈ ਇੰਜ ਹੈਗਾ ਤੇ ਇਹਦੀ ਹੈਲਪ ਲੈ ਲਓ, ਕਿਉਂਕਿ ਇਹਦੇ ਟ੍ਰੀਟਮੈਂਟ 'ਚ ਤਾਂ ਬੜਾ ਵੱਡਾ ਕਿਰਦਾਰ। ਅਗਰ ਪੈਰੈਂਟ ਨੂੰ ਪਤਾ ਲੱਗ ਜਾਏ ਮੇਰੇ ਬੱਚੇ ਨੂੰ ਆਹ ਤਕਲੀਫ ਹੈ, ਮੈਂ ਯਕੀਨ ਕਰੋ ਜਿਹੜੇ ਪੈਰੈਂਟਸ ਨੇ ਨਾ ਉਹ ਠੰਡੇ ਪੈ ਜਾਣ। ਨਹੀਂ ਤੇ ਨਿਆਣਿਆਂ ਨੂੰ ਮਾਰ-ਮਾਰ ਕੇ ਉਹਨਾਂ ਦਾ ਉਮਰ ਕਰ ਛੱਡਦੇ ਨੇ, ਸਜ਼ਾਵਾਂ ਦਿੰਦੇ ਨੇ, ਬੰਦ ਕੇ ਛੱਡਦੇ ਨੇ। ਹੁਣ ਮਾਫੀ ਮੰਗ, ਤੂੰ ਕਿਹਦੀ ਗੱਲ ਮਾਫੀ ਨਹੀਂ ਮੰਗੇਗਾ? ਮੈਂ ਵੱਡੇ ਸਿੱਧਾ ਕਰਾ ਲਿਆ ਵੀ ਇੱਕ ਬੰਦੇ ਉਹਦੇ 'ਚ ਕੈਪੈਸਿਟੀ ਨਹੀਂਗੀ, ਉਹਨੂੰ ਨੇੜੇ ਲਿਆਓ, ਉਹਨੂੰ ਪਿਆਰ ਕਰੋ, ਉਹਨੂੰ ਚੁੰਮੋ, ਉਹਦਾ ਫਰਕ ਪੈਂਦਾ। ਲੇਕਿਨ ਇਹ ਉਦੋਂ ਹੀ ਹੋਣਾ ਹੈ ਕਿ ਹੁਣ ਮਤਲਬ ਮਾਂ ਆਖੇ ਜਾਂ ਪਿਓ ਆਖੇ ਨਿਆਣੇ ਨੂੰ ਤੂੰ ਗੁੱਸਾ ਨਹੀਂ ਕਰਨਾ, ਤੇ ਗੱਲ ਕਰਨ ਦੇ ਗੁੱਸੇ 'ਚ, ਬਈ ਜਦੋਂ ਤੂੰ ਗੱਲ ਕਰਨਾ ਕਿ ਤੂੰ ਗੁੱਸਾ ਨਹੀਂ ਕਰਨਾ, ਤੂੰ ਆਪ ਹੀ ਕਰਨ ਡਿਆ। ਤੇ ਉਹ ਇੰਜ ਨਹੀਂ ਹੁੰਦੀ। ਉਹ ਗੱਲ ਇੰਜ ਹੈ ਕਿ ਉਹਨੂੰ ਮਸਲਨ ਜਿੰਨੀ ਅੰਡਰਸਟੈਂਡਿੰਗ ਡਿਵੈਲਪ ਹੋਏਗੀ ਪੈਰੈਂਟਸ ਦੀ, ਸਮਾਜ ਦੀ, ਹੈ ਜੀ, ਉਹ ਅੱਗੇ ਜਾ ਕੇ ਬੈਨੀਫਿਟ ਬੱਚੇ ਨੂੰ ਮਿਲੇਗਾ। ਅੱਜ ਅਗਰ ਕਿਸੇ ਦਾ ਤੁਸੀਂ ਕੰਡਕਟ ਡਿਸਆਰਡਰ ਅੱਜ ਠੀਕ ਕਰਦੇ ਹੋ, ਕੱਲ ਨੂੰ ਉਸ ਸਮਾਜ ਦਾ ਕੋਈ ਚੰਗਾ ਬਾਲਕ ਬਣੇਗਾ। ਵਰਨਾ ਅਗਰ ਉਹਨੂੰ ਕੋ ਰਸਤੇ ਉਹ ਲੱਭ ਗਏ ਤੇ ਸਮਾਜ ਵਿੱਚ ਉਹ ਕੰਮ ਕਰੇਗਾ ਜਿਹੜਾ ਕਿਸੇ ਨਹੀਂ ਕਰਦਾ। ਤੁਸੀਂ ਵਾਕਈ ਬੜੀ ਵਧੀਆ ਇੱਕ ਗੱਲ ਕਰੀ ਕਿ ਬੀਇੰਗ ਅ ਪੈਰੈਂਟ, ਅਗਰ ਮੈਂ ਆਪਣੇ ਵੱਲ ਵੀ ਝਾਤੀ ਮਾਰਾਂ ਤੇ ਅਸੀਂ ਆਪਣਾ ਵੀ ਬਿਹੇਵੀਅਰ ਅਗਰ ਅਸੀਂ ਦੇਖੀਏ ਤੇ ਸਾਡਾ ਵੀ ਇਹੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਬੱਚੇ ਨੂੰ ਕਹਿ ਰਹੇ ਕਿ ਗੁੱਸਾ ਨਹੀਂ ਕਰਨਾ, ਲੇਕਿਨ ਖੁਦ ਗੁੱਸੇ 'ਚ ਹੋ। ਹਾਂਜੀ, ਠੀਕ ਹੈ। ਬੀਇੰਗ ਅ ਪੈਰੈਂਟ ਅਗਰ ਮੈਂ ਆਪਣੀ ਵੀ ਗੱਲ ਕਰਾਂ, ਮੈਨੂੰ ਵੀ ਪਤਾ ਕਿ ਦਰਸ਼ਕ ਵਾਕਈ, ਮੈਂ ਨਹੀਂ ਕਹਿੰਦੀ ਸਾਰੇ ਇੱਕੋ ਜਿਹੇ ਹੋਣਗੇ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਖੁਦ ਨੂੰ ਹੀ ਅਵੇਅਰਨੈਸ ਨਹੀਂ ਹੈ ਕਿ ਅਸੀਂ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਜਾਂ ਕਿਸ ਤਰੀਕੇ ਦੇ ਨਾਲ ਉਹਨੂੰ ਟ੍ਰੀਟ ਕਰਨਾ। ਤੇ ਜਦੋਂ ਇਹ ਸਾਡੇ ਬਿਹੇਵੀਅਰ ਸਾਡੇ ਵਿੱਚ ਹੀ ਹੈਗੇ ਨੇ ਤੇ ਸਾਨੂੰ ਲੱਗਦਾ ਕਿ ਮਾਂ ਪਿਓ ਨੂੰ ਇੱਥੇ ਅਵੇਅਰਨੈਸ ਦੀ ਜ਼ਿਆਦਾ ਜ਼ਰੂਰਤ ਹੈ
ਤਾਂ ਕਿ ਅਸੀਂ ਬੱਚੇ ਦਾ ਬਿਹੇਵੀਅਰ ਠੀਕ ਕਰ ਸਕੀਏ ਕਿ ਕਿਉਂ ਇਸ ਤਰ੍ਹਾਂ ਹੋਇਆ। ਇਹ ਗੱਲ ਬਿਲਕੁਲ ਦਰੁਸਤ ਹੈ। ਮਾਂ ਪਿਓ ਨੂੰ ਸਭ ਤੋਂ ਪਹਿਲੇ ਸਮਝਣਾ ਪਏਗਾ ਕਿ ਉਹਨਾਂ ਦੀ ਬਿਹਤਰੀ ਕਿਸ ਵਿੱਚ ਹੈ, ਉਹਨਾਂ ਨੇ ਕਿਸ ਤਰ੍ਹਾਂ ਬਿਹਤਰ ਫਾਦਰ ਬਣ ਸਕਦੇ ਨੇ, ਮਦਰ ਬਣ ਸਕਦੇ ਨੇ। ਅਗਰ ਜੇ ਬਾਕੀ ਘਰਦਿਆਂ ਨੂੰ ਵੀ ਇਕੱਲੇ ਮਾਂ ਪਿਓ ਹੀ ਨਹੀਂ ਗਏ, ਕਮ ਸੇ ਕਮ ਮਾਂ ਤੇ ਬਿਲਕੁਲ ਨਹੀਂ ਗਏ, ਠੀਕ ਹੈ। ਉਹ ਮਾਂ ਸਾਰਾ ਮਤਲਬ ਉਹ ਮੁਆਸ਼ਰੇ ਨੂੰ, ਸਾਨੂੰ ਸਭ ਨੂੰ ਮਿਲ ਕੇ ਅਸੀਂ ਇਹ ਜੋ ਗੱਲ ਜੇ ਕਰਨ ਡਏ ਹਾਂ, ਹਕੀਕਤ ਹੈ ਕਿ ਸਾਡਾ ਅਸੀਂ ਆਪਣਾ ਕਿਰਦਾਰ ਅਦਾ ਕਰਨ ਡਏ ਹਾਂ। ਜੇ ਲੋਕੀ ਇਹਨੂੰ ਸ਼ੇਅਰ ਕਰਨਗੇ, ਬਾਕੀਆਂ ਨੂੰ ਦੱਸਣਗੇ, ਉਹ ਆਪਣਾ ਹਿੱਸਾ ਪਾਉਣਗੇ ਵਿੱਚ, ਠੀਕ ਹੈ ਨਾ। ਤੇ ਆ ਜਾ ਕੇ ਜਿਹੜਾ ਬਿਹਤਰੀ ਕਰਨੀ ਹੈ ਉਸ ਬੱਚੇ ਦੀ ਕਰਨੀ ਹੈ ਜਿਹਦਾ ਕਸੂਰ ਨਹੀਂਗਾ, ਉਹਨੂੰ ਤਕਲੀਫ ਹੈ, ਉਹ ਇਮੋਸ਼ਨਲੀ ਲਿਟਰੇਟ ਨਹੀਂਗਾ। ਬੱਚੇ ਜਿਹੜੇ ਨਾ ਇਮੋਸ਼ਨਲੀ ਲਿਟਰੇਟ ਨਹੀਂ ਹੁੰਦੇ। ਅਸੀਂ ਸਮਝ ਜਾਂਦੇ ਹਾਂ, ਅਸੀਂ ਇਮੋਸ਼ਨ ਕੰਟਰੋਲ ਕਰ ਲੈਂਦੇ ਹਾਂ, ਅਸੀਂ ਜ਼ਮਾਨਾ ਵੇਖਿਆ ਹੁੰਦਾ ਹੈ, ਸਾਨੂੰ ਕੌਨਸੀਕੁਐਂਸਿਸ ਦਾ ਪਤਾ ਹੁੰਦਾ ਹੈ, ਸਾਨੂੰ ਪਤਾ ਹੁੰਦਾ ਇਹ ਕਰਾਂਗੇ ਤਾਂ ਇਹ ਆਊਟਕਮ ਆਣਾ ਹੈ, ਅਸੀਂ ਮੈਨੀਪੂਲੇਟ ਕਰ ਲੈਂਦੇ ਹਾਂ। ਨਿਆਣਾ ਨਹੀਂ ਕਰਦਾ, ਔਖੇ ਸਾਹ ਲਏਗਾ, ਰਾਤੀ ਬਿਸਤਰ ਤੇ ਪਿਸ਼ਾਬ ਕਰੇਗਾ, ਕੱਲਾ ਬੈਠ ਕੇ ਰੋਏਗਾ, ਬਹਾਨੇ ਕਰੇਗਾ ਮੈਂ ਨਹੀਂ ਉੱਥੇ ਜਾਣਾ, ਮੈਂ ਨਹੀਂ ਫਲਾਣੀ ਚੈੱਕ ਕਰਨੀ ਹੈ ਜੀ। ਤੇ ਇਹ ਕੀ ਕਰੇਗਾ? ਇਹ ਉਹਦੇ ਸਾਰੇ ਉਹ ਡਿਫੈਂਸ ਮੈਕੈਨਿਜ਼ਮ ਨੇ ਜਿਹੜਾ ਉਹਨੇ ਇਨਡਾਇਰੈਕਟਲੀ ਸ਼ੇਅਰ ਕਰਨਾ ਹੈ। ਮਤਲਬ ਨਿਆਣੇ ਨੂੰ ਨੇੜੇ ਲੈ ਕੇ ਉਹਨੂੰ ਚੁੰਮੋ, ਠੀਕ ਹੈ। ਤੁਹਾਨੂੰ ਕੀ ਪਤਾ ਹੈ ਕਿ ਕਈ ਐਸੇ ਪੈਰੈਂਟਸ ਨੇ ਜਿਹਨਾਂ ਨੂੰ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਕਿ ਨਿਆਣੇ ਨੂੰ ਚੁੰਮਣ ਦਾ ਕੀ ਫਾਇਦਾ ਹੈ। ਨਿਆਣੇ ਨੂੰ ਨੇੜੇ ਰੱਖ ਕੇ ਨਾਲ ਲਿਆ ਕੇ ਨਾਲ ਲਾ ਕੇ ਗੱਲ ਕਰਨ ਦਾ ਕੀ ਫਾਇਦਾ? ਉਹੀ ਗੱਲ ODD ਜਿਹੜਾ ਬੱਚਾ ਹੈ ਨਾ, ਜਿਹੜਾ ਹਰ ਗੱਲ ਨੂੰ ਇਨਕਾਰ ਕਰਦਾ ਹੈ, ਬੜੀ ਮਜ਼ੇ ਦੀ ਗੱਲ ਹੈ। ਐਸੇ ਹੀ ਬੱਚੇ ਨੂੰ ਸਹੀ ਟਾਈਮ ਤੇ, ਹਰ ਗੱਲ ਦਾ ਟਾਈਮ ਹੁੰਦਾ, ਪਿਆਰ ਨਾਲ ਉਹਦੀ ਗੱਲ ਕਰ ਲਓ, ਉਹਦੀ ਗੱਲ ਸੁਣ ਲਓ, ਉਹਨੂੰ ਰਿਵਾਰਡ ਦਿਓ, ਉਹਨੂੰ ਨੇੜੇ ਲਿਆਓ, ਉਹਨੂੰ ਚੁੰਮੋ। ਇਹੀ ਬੱਚਾ ਜਿਹੜਾ ਹੈ ਨਾ ਇਹ ਗੁਲ ਤੋਂ ਗੁਜ਼ਾਰ ਹੋ ਜਾਂਦਾ। ਅਗਰ ਗੱਲ ਕਰਦੇ ਤੇ ਪਿਆਰ ਨਾਲ ਗੱਲ ਕਰੀਏ ਤੇ ਬੀਇੰਗ ਅ ਪੈਰੈਂਟ, ਕਈ ਵਾਰੀ ਸਾਨੂੰ ਸਾਡੇ ਜਿਵੇਂ ਮਾਂ ਪਿਓ, ਸਾਡੇ ਆਲੇ ਦੁਆਲੇ ਵਾਲੇ ਵੀ ਇਹੀ ਸਮਝਾਉਂਦੇ ਨੇ ਕਿ ਅਗਰ ਤੁਸੀਂ ਕਈ ਵਾਰੀ ਜ਼ਿਆਦਾ ਪਿਆਰ ਕਰੋਗੇ ਤੇ ਬੱਚਾ ਵਿਗੜ ਜਾਂਦਾ। ਗੱਲ ਕਈ ਵਾਰੀ ਏਦਾਂ ਦੀ ਵੀ ਹੁੰਦੀ ਹੈ ਕਿ ਬੀਇੰਗ ਅ ਸਿੰਗਲ ਮਦਰ ਵੀ, ਜਿਵੇਂ ਅਗਰ ਕਹਿ ਲਓ, ਜਾਂ ਦੋਨੋਂ ਮਾਂ ਪਿਓ ਵੀ ਕਹਿ ਲਓ, ਮੈਂ ਨਹੀਂ ਕਹਿੰਦੀ ਸਿੰਗਲ, ਕਈ ਵਾਰੀ ਮਾਂ ਪਿਓ ਦਾ ਕਹਿਣਾ ਸੀ ਕਿ ਇਹ ਬਿਗੜੀ ਹੋਈ ਔਲਾਦ ਹੈ ਕਿਉਂਕਿ ਇਹਦੇ ਮਾਂ ਪਿਓ ਨੇ ਇਹਨੂੰ ਜ਼ਿਆਦਾ ਪਿਆਰ ਦਿੱਤਾ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਪਿਆਰ ਦੇਣ ਨਾਲ ਵੀ ਵਾਕਈ ਇਹ ਫੈਕਟਰ ਵਿੱਚ ਆਉਂਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਗਾ। ਹਰ ਚੀਜ਼ ਦੀ ਲਿਮਿਟ ਤੇ ਬਹਿਲ ਹੈ ਨਾ। ਤੁਸੀਂ ਇਹਨਾਂ ਪੈਂਪਰ ਨਾ ਕਰੋ ਕਿ ਨਿਆਣਾ ਹੱਥੋਂ ਬਾਹਰ ਚਲਾ ਜਾਏ, ਉਹਦੀ ਲਿਮਿਟ ਆਪਣੀ ਜਗ੍ਹਾ ਤੇ ਵੇ। ਲੇਕਿਨ ਇੱਕ ਆਈਡੀਅਲ ਸਿਚੁਏਸ਼ਨ ਵਿੱਚ ਜਿਹੜਾ ਪਿਆਰ ਹੈ ਜਾਂ ਟਾਈਮ ਬੱਚੇ ਨੂੰ ਦੇਣਾ, ਉਹ ਕਦੀ ਨੁਕਸਾਨ ਨਹੀਂ ਕਰਦਾ। ਮਤਲਬ ਲਾਡਲਾ ਬੱਚਾ ਜਿਹੜਾ ਹੈ ਨਾ, ਫਿਰ ਵੀ ਬਿਹਤਰ ਹੈ ਕਿ ਕੰਡਕਟ ਡਿਸਆਰਡਰ ਚੱਲਦਾ ਹੈ ਜਾਂ ਉਹ ਐਂਟੀਸੋਸ਼ਲ ਹੋ ਜਾਏ। ਉਹਨੂੰ ਤੁਸੀਂ ਪਿਆਰ ਦਿੱਤਾ, ਉਹਦੀ ਪੈਰੈਂਟਹੁੱਡ ਤੁਸੀਂ ਇੰਜੋਏ ਕੀਤੀ, ਉਹਦੀ ਚਾਈਲਡਹੁੱਡ ਉਹਨੇ ਇੰਜੋਏ ਕੀਤੀ, ਮਿਲਾ ਕੇ ਅੰਡਰਸਟੈਂਡਿੰਗ ਡਿਵੈਲਪ ਕਰ ਲਈ, ਫਰੈਂਡਸ਼ਿਪ ਕਰ ਲਈ, ਤੇ ਉਹਦੇ ਨਾਲ ਵਾਕਿਆ ਹੀ ਫਰਕ ਪੈਂਦਾ ਹੈ, ਠੀਕ ਹੈ। ਹਾਂ, ਐਕਸੈਸ ਤੇ ਕਿਸੇ ਵੀ ਸ਼ੈ ਦੀ ਮਾੜੀ ਗੱਲ ਹੈ ਨਾ। ਮਸਲਾ ਅਗਰ ਬੱਚਾ ਸੌਣ ਤੋਂ ਪਹਿਲੇ ਦੰਦ ਸਾਫ਼ ਨਹੀਂ ਕਰਦਾ ਤੇ ਕੱਲ ਨੂੰ ਖਰਾਬ ਹੋ ਜਾਂਦੇ ਕੈਰੀਜ਼, ਤੇ ਤੁਹਾਡੇ ਪਿਆਰ ਨਾਲ ਨੁਕਸਾਨ ਹੀ ਪਹੁੰਚਾਇਆ ਨਾ। ਉਹਦੀ ਲਿਮਿਟ ਆਪਣੀ ਜਗ੍ਹਾ ਤੇ ਹੈ। ਲੇਕਿਨ ਜਿਹੜੀ ਮੈਂ ਵੇਖਣਾ ਲੋਕਾਂ 'ਚ, ਸਾਡੇ ਜੋ ਟ੍ਰੈਡੀਸ਼ਨਲ ਸਟਾਈਲ ਹੈ ਨਾ, ਨਾਟ ਵਿਦ ਐਵਰੀਵਨ, ਲੇਕਿਨ ਜਿਹੜਾ ਸਾਡਾ ਟ੍ਰੈਡੀਸ਼ਨਲ ਸਟਾਈਲ ਹੈ ਕਿ ਤੁਸੀਂ ਜ਼ੋਰੀ ਜ਼ਬਰਦਸਤੀ ਊਂਠ ਨੂੰ ਰਕਸ਼ੇ 'ਚ ਬਿਠਾਉਣਾ ਕੋਸ਼ਿਸ਼ ਕਰਦੇ ਰਹੋਗੇ ਤੇ ਨਾ ਊਂਠ ਰਕਸ਼ੇ 'ਚ ਬੈਠੇਗਾ ਤੇ ਨਾ ਹੋ ਕੇ ਦੁਬਰ ਜਾਏਗਾ। ਨਹੀਂ, ਬਿਲਕੁਲ ਸਹੀ ਕਿਹਾ। ਤੇ ਤੁਸੀਂ ਗੱਲ ਕੀਤੀ ਕਿ ਵਿੱਚ ਸਿੰਗਲ ਪੈਰੈਂਟ ਦੀ, ਜਦੋਂ ਤੁਸੀਂ ਇਹ ਮੈਂਸ਼ਨ ਕੀਤਾ ਸੀਗਾ ਕਿ ਸਿੰਗਲ ਮਮ ਜਾਂ ਸਿੰਗਲ ਪੈਰੈਂਟ, ਤੇ ਤਕਰੀਬਨ ਇਹ ਦੇਖਣ ਨੂੰ ਮਿਲਿਆ ਕਿ ਸਿੰਗਲ ਪੈਰੈਂਟਸ ਦੇ ਜਿਹੜੇ ਬੱਚੇ ਹੁੰਦੇ ਉਹਨਾਂ 'ਚ ਚਾਹੇ ਫੈਕਟਰ ਜ਼ਿਆਦਾ ਹੈ। ਕੀ ਇਹ ਸਹੀ ਹੈ? ਹਾਂ, ਇਹ ਗੱਲ ਦਰੁਸਤ ਹੈ। ਇੱਕ ਸ਼ੈ, ਮਤਲਬ ਦੋ ਪਹੀਏ ਇਕੱਠੇ ਨੇ ਨਾ, ਦੋਵਾਂ ਨਾਲ ਤੁਰਨਾ ਨਾ, ਇੰਜ ਕਰਕੇ। ਹੁਣ ਇੱਕ ਰਹਿ ਗਿਆ, ਠੀਕ ਹੈ, ਅਸਰ ਤੇ ਆਏਗਾ। ਲੇਕਿਨ ਉਹਦਾ ਮਕਸਦ ਇਹ, ਅਗਰ ਇੰਜ ਰਹਿ ਗਿਆ ਇੱਕ, ਤੇ ਉਹਦੇ ਵਿੱਚ ਅਗਰ ਕੋਈ ਕੈਪੈਸਿਟੀ ਹੈ ਠੀਕ ਹੋਣ ਦੀ, ਜਿੰਨੀ ਕੁ ਠੀਕ ਹੋ ਸਕਦਾ ਬੰਦਾ ਉਹਨੂੰ ਕਰੇ। ਮਤਲਬ ਇਹ ਕੋਈ ਐਕਸਕਿਊਜ਼ ਤੇ ਨਹੀਂ ਗਾ ਨਾ। ਮੁਮਕਿਨ ਹੈ ਉਹ ਜਿਹੜੀ ਕਲਾ ਰਹਿ ਗਿਆ ਭਈਆ, ਉਹ ਬਿਹਤਰ ਹੀ ਹੋਵੇ ਉਹਦੇ ਵਾਸਤੇ, ਦੂਜਾ ਨਾਲ ਲੱਗਾ ਰਹਿੰਦਾ ਤੁਹਾਨੂੰ ਉਹ ਵੀ ਨਾ ਤੁਰਨ ਦਿੰਦਾ, ਇਹ ਵੀ ਮੁਮਕਿਨ ਹੈ ਨਾ। ਤੇ ਕੰਡੀਸ਼ਨ ਕੋਈ ਵੀ ਹੋਏ, ਹਾਰ ਨਹੀਂ ਮੰਨਣੀ ਚਾਹੀਦੀ। ਜੋ ਹੈ ਸੋ ਹੈ, ਜੋ ਹੈ ਉਹਦੇ ਜੋ ਬਿਹਤਰ ਹੋ ਸਕਦਾ ਬੰਦਾ ਕਰੇ। ਅਗਰ ਤੁਸੀਂ ਬਾਕੀ ਲੋਕੀ ਵੀ ਸਿਰਫ ਉਹਦੇ ਨਾਲ, ਐਸੇ ਬੰਦੇ ਦੇ ਨਾਲ, ਐਸੇ ਫਾਦਰ ਜਾਂ ਪੈਰੈਂਟ ਦੇ ਨਾਲ, ਪਰਟੀਕੂਲਰਲੀ ਮਦਰ ਦੇ ਨਾਲ ਅਸੀਂ ਅਫਸੋਸ ਹੀ ਕਰਦੇ ਰਹੀਏ, ਉਹਨੂੰ ਵਿਚਾਰੇ ਹੀ ਕਹਿੰਦੇ ਰਹੀਏ, ਦੱਸੀਏ ਨਾ, ਹੈਲਪ ਨਾ ਕਰੀਏ, ਹਾਂਜੀ, ਤੇ ਫਿਰ ਕੀ ਫਾਇਦਾ ਹੋਣਾ? ਜੋ ਹੈ ਸੋ ਹੈ। ਇਹ ਮੈਂ ਮੰਨਦਾ ਵਾਂ ਜਿਸ ਤਰ੍ਹਾਂ ਸਮਾਜ ਵਿੱਚ ਤਬਦੀਲੀਆਂ ਆਉਣ ਡਈਆਂ ਨੇ, ਲੋਕਾਂ 'ਚ ਪੇਸ਼ੈਂਸ ਘਟਦੀ ਪਈ ਹੈ, ਤੇ ਉਹ ਜ਼ਰੂਰੀ ਹੈ। ਗੱਲ ਮੈਂ ਭੁੱਲ ਜਾਵਾਂ, ਉਹ ਇੱਕ ਹੈਗਾ ਕਿ ਇਹਦਾ ਅੱਗੇ ਬਣਦਾ ਕੀ ਹੈ। ਜੋ ਮੈਂ ਆਖਿਆ ਤੁਹਾਨੂੰ ਕਿ
ਅੱਜ ਅਗਰ ਬੱਚਾ ODD ਦਾ ਬੱਚਾ ਹੈ, ਕੱਲ ਨੂੰ ਉਹ ਕੰਡਕਟ ਵਿੱਚ ਤੇ ਪਰਸੋਂ ਨੂੰ ਐਂਟੀ ਸੋਸ਼ਲ ਵਿੱਚ ਜਾਏਗਾ। ਤੇ ਇਸੇ ਤਰ੍ਹਾਂ ਹੀ ADD ਦੇ ਜਿਹੜੇ ਬੱਚੇ ਨੇ, ADHD ਦੇ ਬੱਚੇ ਜਿਹੜੇ ਨੇ, ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਜਿਹੜਾ ਸਾਡਾ ਅੱਜ ਦਾ ਮੌਜੂ ਹੈ, ਇਹਦੇ ਜਿਹੜੇ ਬੱਚੇ ਨੇ, ਇੱਕ ਤੇ ਉਹਨਾਂ ਦੀ ਟ੍ਰੀਟਮੈਂਟ ਅਵੇਲੇਬਲ ਹੈ, ਟ੍ਰੀਟਮੈਂਟ ਦੇ ਕਈ ਫੈਕਟਰ ਨੇ, ਉਹ ਕਈ ਗੱਲਾਂ ਹਰ ਸ਼ਾਇਦ ਦੱਸ ਵੀ ਨਹੀਂ ਸਕਦੇ, ਲੇਕਿਨ ਇਹਦੇ ਇੰਝ ਕਿ ਕਈ ਬੱਚੇ ਇਸ ਗਰੋ ਆਊਟ ਹੋ ਜਾਂਦੇ ਨੇ, ਉਹਨਾਂ ਦਾ ਅਟੈਂਸ਼ਨ ਬਿਹਤਰ ਹੋ ਜਾਂਦਾ ਹੈ, ਹਾਈਪਰ ਐਕਟਿਵਿਟੀ ਬਿਹਤਰ ਹੋ ਜਾਂਦੀ ਹੈ, ਅਟੈਂਸ਼ਨ ਮਸਲੇ ਰਹਿੰਦੇ ਨੇ, ਕਈਆਂ ਦੇ ਅਟੈਂਸ਼ਨ ਬਿਹਤਰ ਹੋ ਜਾਂਦੀ ਹੈ, ਹਾਈਪਰ ਐਕਟਿਵਿਟੀ ਮਸਲੇ ਰਹਿੰਦੇ ਨੇ, ਲੇਕਿਨ ਇਹ ਕਿ ਉਹ ਜਦੋਂ ਐਡਲਟ ਲਾਈਫ ਵਿੱਚ ਬਿਹਤਰ ਹੋ ਜਾਂਦੇ ਨੇ, ਕਈ ਲੋਕੀ ਕਿਉਂਕਿ ਹਾਲੇ ਵੀ ਬੜੇ ਤਿੱਖੇ ਨੇ ਉਹ, ਤੇ ਉਹ ਆਪਣੇ ਅਦਾਰਿਆਂ ਦੇ ਹੈਡ ਵੀ ਨੇ, ਡਾਕਟਰ ਵੀ ਨੇ, ਇੰਜੀਨੀਅਰ ਵੀ ਬਣੇ ਨੇ, ਉਹ ਬਚਪਨ ਵਿੱਚ ADHD ਦੇ ਪੇਸ਼ੈਂਟ ਰਹੇ ਹੋਣਗੇ, ਕਈ ਡਾਇਗਨੋਜ਼ ਹੋਏ, ਕਈ ਨਹੀਂ ਡਾਇਗਨੋਜ਼ ਹੋਏ, ਹੈ ਜੀ, ਉਹ ਬਾਅਦ 'ਚ ਠੀਕ ਵੀ ਹੋ ਗਏ, ਪਰ ਉਹਨਾਂ ਦੇ ਬਾਰੇ ਬੰਦਾ ਪਰਸਨੈਲਿਟੀ ਕਰ ਲੈਂਦਾ ਕਿ ਉਹਦੇ 'ਚ ਅਮਨ ਨਹੀਂ ਗਾ, ਮਤਲਬ ਉਹ ਕਹੇਗਾ ਕਿ I have ants in my pants, ਮਤਲਬ ਜਿਵੇਂ ਮੇਰੀ ਪੈਂਟ 'ਚ ਕੀੜੀਆਂ ਨੇ ਕਿ ਮੈਨੂੰ ਬਹਿਣ ਨਹੀਂ ਦਿੰਦੀਆਂ, ਠੀਕ ਹੈ, ਉਹ ਹਾਈਪਰ ਐਕਟਿਵ ਹੈ ਲੇਕਿਨ ਹਾਲੇ ਵੀ ਕਾਮਯਾਬ ਹੈ, ਉਹ ਪ੍ਰੋਪਰ ਟ੍ਰੀਟ ਹੋ ਗਿਆ ਸੀ, ਉਹ ਬਾਅਦ 'ਚ ਗਰੋ ਆਊਟ ਵੀ ਕਰ ਗਿਆ, ਲੇਕਿਨ ਉਹਦੀ ਇੱਕ ਕੰਪੋਨੈਂਟ ਉਹ ਬਹੁਤਾ ਰਹਿ ਗਿਆ, ਠੀਕ ਹੈ ਨਾ। ਤੇ ਇਸ ਤਰ੍ਹਾਂ ਨਹੀਂ ਗਾ ਕਿ ਜਿਹੜਾ ਅੱਜ ਇਹਨੂੰ ਹੋ ਗਿਆ ADHD, ਉਹਨੂੰ ਲੇਬਲ ਲੱਗ ਗਿਆ, ਉਹ ਹੁਣ ਕਿਆਮਤ ਦੀ 9 ਤਰੀਕ ਤੱਕ ਇੰਝ ਹੀ ਰਹਿਣਾ ਉਹਨੇ। ਹਾਂ, ਅਗਰ ਉਹਨੂੰ ਤੁਸੀਂ ਫਿਊਲ ਦਿਓਗੇ ਤਾਂ ਅੱਗੇ ਜਾ ਕੇ ਹੋਰ ਖਰਾਬ ਹੋਏਗਾ, ਉਹ ਪਿੱਛੇ ਰਹਿ ਜਾਏਗਾ, ਲੇਕਿਨ ਅਗਰ ਉਹਨੂੰ ਸਪੋਰਟ ਦਿਓਗੇ ਤਾਂ ਮੈਨੂੰ ਗਰੋ ਆਊਟ ਕਰ ਜਾਏਗਾ। ਤੁਸੀਂ ਇੱਕ ਗੱਲ ਵਿੱਚ ਜੇ ਕੀਤੀ ਕਿ ਜਦੋਂ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਕੀ ਇਹਦੀ ਏਜ ਹੈ, ਤੁਸੀਂ ਇਹਦੀ ਏਜ ਦੱਸੀ ਸੀਗੀ ਕਿ ਨੀਅਰਲੀ 6 ਇਅਰਸ ਦਾ ਪਤਾ ਚੱਲ ਜਾਂਦਾ, ਠੀਕ ਹੈ। ਕੀ ਇਹ ਵੀ ਪੋਸੀਬਲ ਹੈਗਾ ਕਿ ਅਗਰ ਇੱਕ ਬੱਚੇ ਨੂੰ ਹੋਇਆ, ਜਿਵੇਂ ਅਸੀਂ ਆਟਿਜ਼ਮ ਦੀ ਗੱਲ ਕੀਤੀ ਸੀਗੀ ਤੇ ਉਹਦੇ ਵਿੱਚ ਸੀਗਾ ਕਿ ਅਗਰ ਇੱਕ ਬੱਚੇ ਨੂੰ ਹੈਗਾ ਤਾਂ ਦੂਸਰੇ ਵੱਲ ਧਿਆਨ ਦੇਣਾ ਹੁੰਦਾ, ਕਿ ਇਹਦੇ ਵਿੱਚ ਵੀ ਅਗਰ ਇਹ ਹੈਗਾ ਕਿ ਇੱਕ ਬੱਚੇ ਨੂੰ ਅਗਰ ਹੈਗਾ ਤੇ ਨੈਕਸਟ ਪ੍ਰੈਗਨੈਂਸੀ ਦੇ ਵਿੱਚ ਵੀ ਇਹਦਾ ਹੋਣ ਦਾ ਚਾਂਸਸ ਹੋ ਸਕਦੇ ਨੇ, ਤੇ ਅਗਰ ਐਸਾ ਹਾਂਜੀ ਬਿਲਕੁਲ ਹੈ, ਮਤਲਬ ਅਗਰ ਕਿਸੇ ਫੈਮਿਲੀ ਨੂੰ ਇੱਕ ਨੂੰ ਹੋਇਆ ਹੈ ਤੇ ਇਸ ਗੱਲ ਦਾ ਚਾਂਸ ਜ਼ਰੂਰ ਹੈ ਕਿ ਅਗਲੀ ਪ੍ਰੈਗਨੈਂਸੀ 'ਚ ਵੀ ਹੋਵੇ, ਠੀਕ ਹੈ, ਤੇ ਖਾਸ ਤੌਰ ਤੇ ਮੁੰਡਿਆਂ 'ਚ। ਇੱਕ ਗੱਲ ਤੁਸੀਂ ਜਿਹੜੀ ਨਹੀਂ ਪੁੱਛੀ ਜਾਂ ਮੈਂ ਵੀ ਨਹੀਂ ਦੱਸ ਸਕਿਆ, ਉਹ ਵੀ ਕੁੜੀਆਂ ਦਾ, ਕਿ ਹੁਣ 4 ਤੇ ਮੁੰਡੇ ਨੇ ਤੇ ਕੁੜੀ ਹੈ, ਪਿਆਰ ਰੇਸ਼ੋ ਹੈ ਇਹਦੀ, ਤੇ ਕੁੜੀ ਆਮ ਤੌਰ ਤੇ ਜਿਹੜੀ ਹੈ ਨਾ, ਉਹ ਇਹਦੀ ਹਾਈਪਰ ਐਕਟਿਵ ਨਹੀਂ ਹੁੰਦੀ, ਅਟੈਂਸ਼ਨ ਡੈਫਿਸਿਟ ਹੋ ਜਾਏਗੀ, ਉਹਦੇ 'ਚ ਹੋਰ ਕੁਝ ਗੱਲਾਂ ਆਉਂਦੀਆਂ ਨੇ, ਹਾਈਪਰ ਸੈਂਸਿਟਿਵ ਹੋ ਜਾਂਦੀ ਹੈ, ਤੇ ਉਹ ਵੀ ਮਤਲਬ ਉਹਦਾ ਵੀ ਅੱਗੇ ਹੁਣ ਬਣਦੇ ਪਏ ਨੇ ਕਿ ਦੋਵਾਂ ਦੀ ਅਸੀਂ ਜੈਂਡਰ ਬੇਸ ਜਿਹੜੀ ਉਹਦੀ ਹੈਗੀ ਹੈ ਉਹ ਅਲੱਗ ਕਰ ਲਿਆ ਜਾਏ, ਡਾਇਗਨੋਸਿਸ ਦੀ ਜਿਹੜੀ ਉਹਦਾ ਕ੍ਰਾਈਟੇਰੀਆ ਉਹ ਉਸ ਤੇ ਕੰਮ ਹੋਣ ਡਿਆ, ਲੇਕਿਨ ਉਹ ਵੀ ਇੰਜ ਹੈ ਕਿ ਉਹਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਹੈ। ਬਾਅਦ ਬੱਚੀਆਂ ਵੀ ਐਸੀਆਂ ਆਉਂਦੀਆਂ ਨੇ ਕਿ ਜਿਹੜੀ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਦੀਆਂ ਸ਼ਿਕਾਰ ਹੋਣ, ਜਿਵੇਂ 1 in 4 ਦੱਸਿਆ ਤੁਹਾਨੂੰ ਮੈਂ, ਤੇ ਉਹ ਉਹਨਾਂ ਦੇ ਵੀ ਮਤਲਬ ਉਹਨਾਂ ਦੇ ਜਿਹੜੇ ਉਹਨਾਂ ਨੂੰ ਵਾਲਿदैन ਨੂੰ ਚਾਹੀਦਾ ਹੈ ਕਿ ਡਾਕਟਰ ਨੂੰ ਜਾ ਕੇ ਵਿਖਾਣ ਕਿ ਵੀ ਇਹ ਗੱਲ ਇੰਝ ਹੈ, ਕਿਉਂਕਿ ਉਹ they need help। ਤੇ ਅਗਰ ਇੱਕ ਪ੍ਰੈਗਨੈਂਸੀ ਦੇ ਦੌਰਾਨ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਕਿਹੜੀਆਂ ਪ੍ਰੀਵੈਂਸ਼ਨਸ ਕੀਤੀਆਂ ਜਾ ਸਕਦੀਆਂ ਕਿ ਦੂਸਰੇ ਦੇ ਵਿੱਚ ਨਾ? ਮੈਂ ਆਖਣਾ ਕਿ ਜਿਵੇਂ ਸਾਨੂੰ ਇਹਦੇ ਐਗਜ਼ੈਕਟ ਕਾਜ਼ਸ ਪਤਾ ਨਹੀਂ, ਲੇਕਿਨ ਜਿਹੜੀ ਸ਼ਾਇਦ ਸਾਨੂੰ ਪਤਾ ਹੈ ਉਹ ਇਹ ਵੇ ਕਿ ਮਾਂ ਪ੍ਰੈਗਨੈਂਸੀ ਦੀ ਜਿਹੜੀ ਹੈਲਥ ਹੈ ਉਹਨੂੰ ਬਿਹਤਰ ਕਰੇ, ਕੋਸ਼ਿਸ਼ ਕਰੇ ਕਿ ਸ਼ਰਾਬ ਹੈ, ਸਿਗਰਟ ਹੈ, ਉਹਨਾਂ ਨੂੰ ਅਵੋਇਡ ਕੀਤਾ ਜਾਏ, ਨਿਊਟ੍ਰੀਸ਼ਨ ਆਪਣੀ ਚੰਗੀ ਰੱਖੇ, ਮੈਂਟਲ ਹੈਲਥ ਤੇ ਤਵੱਜੋ ਦੇਵੇ, ਤੇ ਜਿਹੜੀ ਔਰਤ ਨੂੰ ਪ੍ਰੈਗਨੈਂਸੀ ਹੈ, ਜਿਹੜੇ ਉਹਦੇ ਨੇੜੇ ਲੋਕੀ ਨੇ ਉਹ ਉਹਦੀ ਰਿਸਪੈਕਟ ਕਰਨ। ਸਭ ਤੋਂ ਪਹਿਲੇ ਵੇ ਕਿ ਉਹਦੀ ਰਿਸਪੈਕਟ ਕੀਤੀ ਜਾਏ। ਰਿਸਪੈਕਟ ਮੈਂ ਵੇਖਣਾ ਕਿ ਉਂਝ ਹੁੰਦੀ ਨਹੀਂ, ਉਹ ਵਿਚਾਰੀ ਕਈ ਜਗ੍ਹਾ ਤੇ ਆਪਣੇ ਆਪ ਨੂੰ ਪ੍ਰੂਵ ਕਰਨ 'ਚ ਰਹਿ ਜਾਂਦੀ ਹੈ, ਜਾਂ ਕਮ ਸੇ ਕਮ ਸੁਣਨ 'ਚ ਰਹਿ ਜਾਂਦੀ ਕਿ ਦੇਖੋ ਜੀ ਇੱਕ ਬੱਚਾ ਛੋਟਾ ਵੀ ਸੀ, ਪ੍ਰੈਗਨੈਂਟ ਵੀ ਸੀ, ਮੈਂ ਕਰ ਦਿੱਤਾ। ਇਹ ਉਹ ਕਹਿ ਵੀ ਨਹੀਂ ਸਕਦੀ ਕਿ ਬਈ ਮੇਰੇ ਵੱਸੋਂ ਬਾਹਰ ਹੈ ਨਾ, ਉਹ ਅਵਾਰਡ ਲੈਣ ਚੱਕਰ 'ਚ ਕਿ ਮੈਂ ਤੇ ਕਰਕੇ ਦੱਸਾਂਗੀ ਹੁੰਦਾ ਕਿ ਠੀਕ ਹੈ, ਕਿਉਂਕਿ ਉਹਨੂੰ ਉਹਦੀ ਮਾਂ ਸੱਸ ਕਹਿੰਦੀ ਹੈ ਕਿ ਵੀ ਅਸੀਂ ਨਹੀਂ ਕੀਤੇ, ਤੂੰ ਉਤਰੀ, ਮੈਂ ਸਕੂਲੇ ਵੀ ਜਾਵਾਂਗੀ, ਪੜਾਵਾਂਗੀ ਵੀ, ਮੈਂ ਬੈਂਕ ਵਿੱਚ ਜਾ ਕੇ ਕੰਮ ਵੀ ਕਰਾਂਗੀ, ਘਰ ਆ ਕੇ ਨਿਆਣਾ ਦਾ ਵੀ ਖਿਆਲ ਕਰਾਂਗੀ, ਤੇ ਉਹ ਸਾਰਾ ਕੁਝ ਕਰਾਂਗੀ, ਬੰਦੇ ਦਾ ਵੀ ਪੂਰਾ ਖਿਆਲ ਰੱਖਾਂਗੀ, ਤੇ ਉਹ ਸਾਰਾ ਮੈਂ ਲੈ ਕੇ ਤੁਰਾਂਗੀ। ਵੀ ਇੰਨੀ ਮਿਹਨਤ ਕਰਨ ਦਾ ਫਾਇਦਾ ਕੋਈ ਨਹੀਂ ਜੇ ਗੱਲ ਸਿੱਧੀ ਕੀਤੀ ਜਾਏ। ਇਹ ਤੇ ਪਤਾ ਹੈ ਨਾ ਕਿ ਇਹਨਾਂ ਚੀਜ਼ਾਂ ਦਾ ਇੰਪੈਕਟ ਪੈਂਦਾ ਹੈ। ਜੋ ਐਂਗਰ ਤੁਸੀਂ ਆਪਣੇ ਅੰਦਰ ਰੱਖਣਾ ਹੈ, ਠੀਕ ਹੈ, ਜੇ ਖੁਸ਼ੀ ਆਪਣੇ ਅੰਦਰ ਰੱਖਣੀ ਹੈ ਤੇ ਉਹ ਨਿਆਣੇ 'ਚ ਨਹੀਂ ਜਾਣੀ, 9 ਮਹੀਨੇ ਤੱਕ ਨਾ ਲਿਓ। ਬਿਲਕੁਲ ਸਹੀ ਗੱਲ ਕਹੀ ਹੈ, ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਫੈਕਟਰ ਆਪਣਾ ਜਿਹੜਾ, ਭਾਵੇਂ ਅਸੀਂ ਡਿਵੈਲਪ ਕੰਟਰੀਜ਼ ਦੀ ਗੱਲ ਕਰੀਏ, ਭਾਵੇਂ ਅਸੀਂ ਦੂਸਰੀਆਂ ਆਪਣੇ ਕੰਟਰੀਜ਼ ਦੀ ਗੱਲ ਕਰੀਏ, ਕਿਤੇ ਨਾ ਕਿਤੇ ਸਾਡਾ ਲਾਈਫ ਸਟਾਈਲ ਐਸਾ ਬਣ ਚੁੱਕਾ ਹੈ
ਅਗਰ ਤੁਸੀਂ ਉਹਨਾਂ ਦੀ ਗੱਲ ਕਰੀਏ ਜਿਹੜੀਆਂ ਕਿ ਫੋਰ ਐਗਜ਼ਾਮਪਲ ਪੂਅਰ ਫੈਮਿਲੀਜ਼ ਦਾ ਕਹਿ ਲਓ ਜਾਂ ਪਿੰਡਾਂ ਦੇ ਕਹਿ ਲਓ ਜਾਂ ਜਿਨ੍ਹਾਂ ਨੂੰ ਹਾਲੇ ਇੰਨਾ ਨਹੀਂ ਪਤਾ ਹੈਗਾ, ਉਹ ਇੱਕ ਮਾਂ ਨੂੰ ਇਸ ਤਰੀਕੇ ਦਾ ਮਾਹੌਲ ਬਣਾਇਆ ਹੋਇਆ ਹੈ ਕਿ ਇੱਕ ਮਾਂ ਨੇ ਭਾਵੇਂ ਪ੍ਰੈਗਨੈਂਟ ਹੈਗੀ ਹੈ ਭਾਵੇਂ ਨਹੀਂ ਹੈਗੀ, ਸਾਰਾ ਘਰ ਦਾ ਕੰਮ ਕਰਨਾ ਤੇ ਨਾਲ ਆਪਣੇ ਆਸ-ਪਾਸ ਵਾਲਿਆਂ ਨੇ ਗਾਲਾਂ ਖਾਣੀਆਂ। ਅਗਰ ਅਸੀਂ ਦੂਸਰੀ ਗੱਲ ਕਰ ਲਈਏ ਕਿ ਅਗਰ ਅਸੀਂ ਮੈਂ ਆਪਣੀ ਇਹ ਵਾਲੀ ਕੰਟਰੀਜ਼ ਦੀ ਗੱਲ ਕਰੀਏ ਜਿੱਥੇ ਅੱਜ ਬੈਠੇ ਹੋਏ ਆ, ਚਲੋ ਠੀਕ ਹੈ ਤੇ ਪੜ੍ਹੇ ਲਿਖੇ ਨੇ, ਹੋ ਸਕਦਾ ਕਿ ਇੱਥੇ ਪ੍ਰੈਗਨੈਂਟ ਲੇਡੀ ਨੂੰ ਉਹਨਾਂ ਨਹੀਂ ਮੈਂਟਲੀ ਨਹੀਂ ਕੀਤਾ ਜਾਂਦਾ, ਲੇਕਿਨ ਇੱਥੋਂ ਦਾ ਰਹਿਣ ਸਹਿਣ ਐਸਾ ਹੈ ਕਿ ਉਹਨਾਂ ਨੇ ਕੰਮ ਤੇ ਜਾਣਾ ਹੈ, ਕੰਮ ਕਰਨਾ ਹੈ। ਕਿਤੇ ਨਾ ਕਿਤੇ ਦੋਨੋਂ ਪਾਸੇ ਐਜ਼ ਅ ਮਮ ਜਦੋਂ ਪ੍ਰੈਗਨੈਂਟ ਹੁੰਦੀ ਹੈ ਤੇ ਉਹਨੂੰ ਜਿਸ ਤਰ੍ਹਾਂ ਤੁਸੀਂ ਕਹਿ ਕੇ ਇੱਕ ਰਿਸਪੈਕਟ ਹੈ, ਇੱਕ ਲਾਈਫ ਸਟਾਈਲ ਹੈ, ਸ਼ਾਇਦ ਜਿਹੜਾ ਉਹਨੂੰ ਲਾਈਫ ਸਟਾਈਲ ਚਾਹੀਦਾ ਉਹ ਨਹੀਂ ਮਿਲ ਰਿਹਾ, ਨਹੀਂ ਮਿਲਦਾ ਤਾਂ ਫਿਰ ਇਹ ਜ਼ਰੂਰੀ ਨਹੀਂ ਹੈ ਕਿ ਬੱਚਾ ਵੀ ਉਹਦਾ ਠੀਕ ਹੋਏਗਾ, ਕਦਮ ਜ਼ਰੂਰੀ ਨਹੀਂਗਾ। ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਇਹਦੇ ਐਗਜ਼ੈਕਟ ਕਾਜ਼ ਦਾ ਪਤਾ ਨਹੀਂ, ਲੇਕਿਨ ਜਿਹੜੇ ਫੈਕਟਰ ਨੇ ਕੜੀ ਨਾ ਕੜੀ ਮਿਲਦੀ ਹੈ ਨਾ, ਉਹਨਾਂ ਫੈਕਟਰ ਨੂੰ ਅਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਜ਼ਾਹਿਰ ਹਰ ਕਿਤੇ ਆਪਣੇ ਆਪਣੇ ਹਿਸਾਬ ਦਾ ਆਪਣੇ ਕਮ ਅਸ ਗੱਲ ਕਰ ਸਕਦੇ ਹਾਂ। ਮੁਮਕਿਨ ਹੈ ਕੋਈ ਆ ਜਿਹੜਾ ਦਰਸ਼ਕ ਨੂੰ ਵੇਖੇ ਉਹਨੂੰ ਸਮਝ ਜਾਏ, ਕੋਈ ਪਿਓ ਸਮਝ ਜਾਏ, ਕੋਈ ਧੀ ਸਮਝ ਜਾਏ, ਕੋਈ ਮਾਂ ਸਮਝ ਜਾਏ, ਕੋਈ ਸੱਸ ਸਮਝ ਜਾਏ। ਇਹਨਾਂ ਗੱਲਾਂ ਕਰਨ ਦਾ ਮਕਸਦ ਇੰਨਾ ਹੀ ਹੈ ਕਿ ਬਾਅਦ ਵਿੱਚ ਸਾਨੂੰ ਪਤਾ ਨਹੀਂ ਤੇ ਫਿਰ ਕਸੂਰ ਨਹੀਂਗਾ, ਪਤਾ ਲੱਗ ਜਾਏ ਤੇ ਫਿਰ ਵੀ ਬੰਦਾ ਰਿਸਪੈਕਟ ਨਾ ਕਰੇ ਤਾਂ ਮਾੜੀ ਗੱਲ ਨਹੀਂ। ਬਹੁਤ ਸੋਹਣੀ ਗੱਲ ਕੀਤੀ ਹੈ। ਮੇਰੇ ਜਿਸ ਤਰ੍ਹਾਂ ਕਮਾ ਸਵਾਲ ਤਾਂ ਹੋਰ ਵੀ ਬਹੁਤ ਨੇ, ਲੇਕਿਨ ਟਾਈਮ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਮੈਂ ਸਿਰਫ ਇਹ ਚੀਜ਼ ਕਹਿਣਾ ਚਾਹਾਂਗੀ ਕਿ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਸ਼ਾਇਦ ਉਹਨਾਂ ਲੇਡੀਜ਼ ਨੂੰ ਜਾਂ ਆਪਣੇ ਸਮਾਜ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਕਿ ਕਿਤੇ ਨਾ ਕਿਤੇ ਜਿਹੜਾ ਸਮਾਜ ਜਿਸ ਤਰੀਕੇ ਨਾਲ ਇੱਕ ਲੜਕੀ ਨੂੰ ਦੇਖਦਾ ਹੈ, ਇੱਕ ਲੇਡੀ ਨੂੰ ਦੇਖਦਾ ਹੈ, ਅਗਰ ਉਹ ਥੋੜਾ ਜਿਹਾ ਅਸੀਂ ਆਪਣੇ ਆਪ ਦੇ ਵਿੱਚ ਚੇਂਜਸ ਕਰ ਲਈਏ ਤੇ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੜਕੀ ਹੈਗੀ ਹੈ ਉਹਨੂੰ ਕਿਤੇ ਨਾ ਕਿਤੇ ਅਸੀਂ ਇੰਨੀ ਕੁ ਸਹੂਲਤ ਦੇ ਸਕਦੇ ਹਾਂ ਕਿ ਜਿਹੜਾ ਉਹਦੇ ਪੇਟ 'ਚ ਪਲ ਰਿਹਾ ਬੱਚਾ ਹੈ ਕਮ ਸੇ ਕਮ ਉਹਨੂੰ ਕੋਈ ਬਿਮਾਰੀ ਨਾ ਪਹੁੰਚੇ, ਜਾਂ ਫਿਰ ਇਸ ਤਰ੍ਹਾਂ ਦਾ ਬਿਹੇਵੀਅਰ ਜਿਸ ਤਰ੍ਹਾਂ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਕਿ ਕਈ ਵਾਰ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿਸ ਤਰੀਕੇ ਵੇਲੇ ਕਿਹੜੇ ਵੇਲੇ ਆਪਣੇ ਬੱਚਿਆਂ ਦੇ ਵਿੱਚ ਉਹਨਾਂ ਦੀ ਡਿਵੈਲਪਮੈਂਟ ਤੇ ਰੋਕ ਲਗਾ ਦਿੰਦੇ, ਸਾਨੂੰ ਹੀ ਨਹੀਂ ਪਤਾ ਚੱਲਦਾ। ਬੀਇੰਗ ਅ ਸਮਾਜ, ਬੀਇੰਗ ਅ ਪੈਰੈਂਟ, ਪਹਿਲਾਂ ਸਾਨੂੰ ਅਵੇਅਰਨੈਸ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਦਲੀਏ, ਆਪਣਾ ਆਲਾ ਦੁਆਲਾ ਬਦਲੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਉਹ ਬਿਹੇਵੀਅਰਲ ਚੇਂਜਸ ਨਾ ਆਉਣ ਜਾਂ ਐਸਾ ਦਾ ਨਾ ਬਣ ਜਾਏ ਸਮਾਜ ਜਿਹੜਾ ਅਸੀਂ ਨਹੀਂ ਚਾਹੁੰਦੇ। ਸੋ ਸਟਾਰਟਿੰਗ ਫਰਮ ਸਾਨੂੰ ਕਰੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਤੇ ਮੈਂ ਖੁਦ ਆਪਣੇ ਆਪ ਤੇ ਸੋਚ ਰਹੀ ਹਾਂ ਜਦੋਂ ਤੁਸੀਂ ਕਿਹਾ ਕਿ ਬੀਇੰਗ ਅ ਪੈਰੈਂਟ ਕਿ ਅਸੀਂ ਵਾਕਈ ਉਹ ਚੀਜ਼ਾਂ ਆਪਣੇ ਬੱਚੇ 'ਚ ਦੇਖਦੇ ਹਾਂ ਕਿ ਵਾਕਈ ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਕਿ ਅਗਰ ਕਿਸੇ ਪੈਰੈਂਟ ਦੇ ਬੱਚੇ ਦੇ ਵਿੱਚ ਬਿਹੇਵੀਅਰ ਹੈ ਤਾਂ ਅਸੀਂ ਹਮੇਸ਼ਾ ਬਲੇਮ ਕਰਦੇ ਹਾਂ ਕਿ ਇਹ ਮਾਂ-ਪਿਓ ਇਸ ਤਰ੍ਹਾਂ ਦੇ ਨੇ, ਉਹਨਾਂ ਨੇ ਪਰਵਰਿਸ਼ ਸਹੀ ਨਹੀਂ ਦਿੱਤੀ, ਮੈਂ ਸਹੀ ਸੀਗੀ ਜਾਂ ਮੈਂ ਗਲਤ ਹਾਂ। ਅਸੀਂ ਕਦੀ ਵੀ ਆਪਣੇ 'ਚ ਕਸੂਰ ਨਹੀਂ ਮੰਨਦੇ, ਅਸੀਂ ਹਮੇਸ਼ਾ ਦੂਸਰਿਆਂ 'ਚ ਕਸੂਰ ਲੱਭਦੇ ਹਾਂ। ਬੀਇੰਗ ਅ ਪੈਰੈਂਟ ਅਗਰ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਕਿ ਉਹ ਸਾਡੀ ਫੈਮਿਲੀ ਇਸ ਤਰ੍ਹਾਂ ਦੀ ਹੈ। ਕਦੇ ਵੀ ਇਹ ਨਹੀਂ ਦੇਖਿਆ ਕਿ ਸਟਾਰਟਿੰਗ ਫਰੋਮ ਦ ਸਟਾਰਟ ਕੀ ਅਸੀਂ ਇੱਕ ਲੇਡੀ ਨੂੰ ਐਜ਼ ਅ ਪ੍ਰੈਗਨੈਂਟ ਲੇਡੀ ਨੂੰ ਕੀ ਉਸਨੂੰ ਅਸੀਂ ਸਹੀ ਉਹ ਇੱਜ਼ਤ ਦਿੱਤੀ ਹੈ ਜਿਹੜੀ ਉਹਨੂੰ ਚਾਹੀਦੀ ਸੀ, ਕੀ ਬੱਚੇ ਹੋਣ ਤੋਂ ਬਾਅਦ ਵੀ ਅਸੀਂ ਉਸ ਤਰੀਕੇ ਨਾਲ ਬੱਚੇ ਨੂੰ ਟ੍ਰੀਟਮੈਂਟ ਦਿੱਤੀ ਹੈ ਜਿਹੜੀ ਉਹਨੂੰ ਚਾਹੀਦੀ ਸੀ, ਕੀ ਅਸੀਂ ਉਹਦਾ ਬਿਹੇਵੀਅਰ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਇਹ ਸਿਰਫ ਮੈਂ ਅਗਰ ਗੱਲ ਕਰਾਂ ਤੁਹਾਡੇ ਗੱਲਾਂ ਨਾਲ ਇਹ ਚੀਜ਼ਾਂ ਆਈਆਂ ਨੇ ਕਿ ਬਹੁਤ ਕੁਝ ਮੈਂ ਆਪਣੀ ਵੀ ਗੱਲ ਕਰਾਂ ਤੇ ਬਹੁਤ ਕੁਝ ਸ਼ਾਇਦ ਮੈਨੂੰ ਖੁਦ ਨੂੰ ਸਿੱਖਣ ਦੀ ਜ਼ਰੂਰਤ ਹੈ, ਅਵੇਅਰਨੈਸ ਦੀ ਜ਼ਰੂਰਤ ਹੈ, ਸਾਨੂੰ ਸਭ ਨੂੰ ਸਿੱਖਣ ਦੀ ਜ਼ਰੂਰਤ ਹੈ। ਬਿਲਕੁਲ ਤੇ ਇਹੀ ਅਗਰ ਅਵੇਅਰਨੈਸ ਮੈਂ ਆਪਣੇ ਦਰਸ਼ਕਾਂ ਨੂੰ ਹੀ ਕਹਾਂਗੀ ਕਿ ਅਗਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਆਪਣੇ ਆਸ-ਪਾਸ ਨਜ਼ਰ ਆਉਂਦਾ ਹੈ ਤਾਂ ਪਲੀਜ਼ ਉਸ ਦੀ ਮਦਦ ਕਰੋ, ਉਸਨੂੰ ਥੋੜੀ ਜਿਹੀ ਅਵੇਅਰਨੈਸ ਦੇ ਦਿਓ ਕਿ ਬਈ ਅਗਰ ਤੁਹਾਡੇ ਬੱਚੇ ਦੇ ਵਿੱਚ ਕੋਈ ਬਿਹੇਵੀਅਰਲ ਚੇਂਜਸ ਨੇ ਤੇ ਸ਼ਰਮ ਨਾ ਕਰੋ, ਇੱਕ ਵਾਰ ਉਹਨੂੰ ਇੱਕ ਅੱਛੇ ਡਾਕਟਰ ਤੇ ਦਿਖਾ ਲਓ। ਹੋ ਸਕਦਾ ਹੈ ਕਿ ਉਹ ਡਾਕਟਰ ਮੇ ਵੀ ਗੱਲਾਂ ਕਰਕੇ ਉਹਨੂੰ ਡਾਇਗਨੋਸ ਕਰ ਸਕੇ, ਉਹਦਾ ਪ੍ਰੋਪਰ ਇਲਾਜ ਕਰ ਸਕੇ ਤੇ ਤੁਹਾਨੂੰ ਇੱਕ ਚੰਗਾ ਬੱਚਾ ਮਿਲ ਸਕੇ ਜਿਹਦੇ ਕਰਕੇ ਸਾਨੂੰ ਇੱਕ ਚੰਗਾ ਸਮਾਜ ਮਿਲ ਸਕੇ ਤੇ ਆਉਣ ਵਾਲੀ ਜਨਰੇਸ਼ਨ ਸਾਡੀ ਚੰਗੀ ਮਿਲ ਸਕੇ। ਮੈਂ ਇੱਕ ਵਾਰ ਇਹੀ ਕਹਾਂਗੀ ਕਿ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਸਵਾਲ ਹੈਗੇ ਨੇ, ਪਿਛਲੀ ਵਾਰ ਵੀ ਸਾਨੂੰ ਬਹੁਤ ਸਵਾਲ ਆਏ ਸੀਗੇ ਤੇ ਡਾਕਟਰ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਜਵਾਬ ਦੇਣ ਦੀ। ਅਗਰ ਤੁਹਾਡੇ ਦਿਮਾਗ 'ਚ ਕੋਈ ਵੀ ਸਵਾਲ ਨੇ ਪਲੀਜ਼ ਆਪਣੇ ਸਵਾਲ ਸਾਨੂੰ ਕਮੈਂਟਸ ਦੇ ਵਿੱਚ ਜਾਂ ਪਰਸਨਲੀ ਵੀ ਸਾਡੀ ਈਮੇਲ ਦੇ ਉੱਤੇ ਭੇਜ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੇ ਜਵਾਬ ਅਗਰ ਲੈ ਕੇ ਆ ਸਕੀਏ ਤੇ ਡਾਕਟਰ ਸਾਹਿਬ ਨੂੰ ਦੁਬਾਰਾ ਤੋਂ ਰਿਕੁਐਸਟ ਕਰਾਂਗੇ ਕਿ ਉਹਨਾਂ ਦੇ ਅਗਰ ਜਵਾਬ ਤੁਹਾਨੂੰ ਦੇ ਸਕਣ ਤਾਂ ਜ਼ਰੂਰ ਦਵਾਂਗੇ। ਤੇ ਇਹ ਵੀਡੀਓ ਨੂੰ ਐਜ਼ ਐਨ ਅਵੇਅਰਨੈਸ ਪਲੀਜ਼ ਉਹਨਾਂ ਮਾਪਿਆਂ ਤੱਕ ਜ਼ਰੂਰ ਪਹੁੰਚਾਉਣਾ ਜਿਨ੍ਹਾਂ ਨੂੰ ਜ਼ਰੂਰਤ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ।
ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਧੰਨਵਾਦ ਇਹਨੂੰ ਵੇਖਣ ਦਾ, ਔਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਹੈ ਅਵੇਅਰਨੈਸ ਕ੍ਰੀਏਟ ਕਰਨ ਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸਾਨੂੰ ਜ਼ਰੂਰਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ।